ਅੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇ ਮੋਹ ਕੇ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ। ਦੋਹਰਾ ਚਾਹੂੰ ਦਿਸ ਸੰਗਤ ਦੁਖੀ ਲਖ ਕੂਰਮ ਸੰਦ ਬਿਲੰਦ ਸ਼ਰਦਾ ਰਹਿਬੇ ਦੇਤ ਨਹਿ ਦੇ ਧਨ ਤਾੜਨ ਮੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗਰੀਬ ਨਵਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਥਾ ਦਾ ਆਨੰਦ ਮਾਣ ਰਹੇ ਹੋ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੋ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪੰਥ ਦੀ ਦਸ਼ਾ ਵੇਖੀ ਹੈ। ਮਸੰਦ ਆਪ ਹੁਦਰੀਆਂ ਕਰ ਰਹੇ ਸਨ, ਸੰਗਤਾਂ ਨੂੰ ਲੁੱਟ ਕੇ ਖਾ ਰਹੇ ਸਨ ਤੇ ਗੁਰੂ ਘਰ ਦਾ ਦਸਵੰਧ ਚੌਥਾ ਹਿੱਸਾ ਪੰਜਵਾਂ ਹਿੱਸਾ ਮਸੀਂ ਗੁਰਦੁਆਰੇ ਗੁਰੂ ਘਰ ਪਹੁੰਚਾਉਂਦੇ ਸਨ, ਬਾਕੀ ਆਪਣੇ ਘਰਾਂ ਵਿੱਚ ਹੀ ਰੱਖ ਲੈਂਦੇ ਸਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਮਸੰਦਾਂ ਨੂੰ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੰਕਾਰੇ ਹੋਏ ਮਸੰਦ ਗੁਰੂ ਸਾਹਿਬ ਦੇ ਸਾਹਮਣੇ ਹੀ ਝੂਠ ਬੋਲ ਗਏ। ਇਹ ਕਹਿ ਗਏ, ਮਹਾਰਾਜ ਆਪ ਜੀ ਦੇ ਕੋਲ ਪਹਿਲਾਂ ਮਾਇਆ ਇਸ ਕਰਕੇ ਜ਼ਿਆਦਾ ਚੜਾਵਾ ਆਉਂਦਾ ਸੀ, ਬੜੇ ਬੜੇ ਅਮੀਰ ਮਾਇਆਧਾਰੀ ਸੇਠ ਸਿੱਖ ਹੁੰਦੇ ਸਨ, ਉਹ ਹੁਣ ਚੜ੍ਹਾਈ ਕਰ ਗਏ ਨੇ, ਇਸ ਕਰਕੇ ਗਰੀਬ ਸੰਗਤ ਰਹਿ ਗਈ ਹੈ, ਉਹਨਾਂ ਦੀ ਮਾਇਆ ਬਹੁਤ ਥੋੜ੍ਹੀ ਚੜਾਵਾ ਮਿਲਦਾ, ਉਹ ਅਸੀਂ ਲੈ ਕੇ ਆਉਂਦੇ ਹਾਂ। ਮਹਾਰਾਜ ਇਹ ਸੁਣ ਕੇ ਨਾਰਾਜ਼ ਹੋਏ, ਕਹਿਣ ਲੱਗੇ ਗੁਰੂ ਨਾਨਕ ਦੀ ਸੰਗਤ ਕਦੀ ਗਰੀਬ ਨਹੀਂ ਹੋ ਸਕਦੀ ਤੇ ਗੁਰੂ ਕੇ ਸਿੱਖ ਇਹ ਤੁਸੀਂ ਕਿਵੇਂ ਕਹਿ ਦਿੱਤਾ ਵੀ ਮਰ ਗਏ ਹਨ, ਇਹ ਤਾਂ ਗੁਰੂ ਕੇ ਸਿੱਖ ਜੁਗੋ ਜੁਗ ਅਟਲ ਰਹਿਣਗੇ ਔਰ ਬੜੇ ਬੜੇ ਧਨੀ ਹੋਣਗੇ। ਇਹ ਵਰ ਵੀ ਦੇਤਾ ਸੱਚੇ ਪਾਤਸ਼ਾਹ ਨੇ ਤੇ ਸਾਧ ਸੰਗਤ ਜੀ ਮਸੰਦਾਂ ਨੂੰ ਤਾੜਨਾ ਕੀਤੀ। ਸਾਰੇ ਮਸੰਦ ਚੇਤੋ ਕੋਲ ਗਏ ਤੇ ਚੇਤੋ ਮਸੰਦ ਆ ਕੇ ਮਹਾਰਾਜ ਨੂੰ ਹੀ ਸਮਝਾਉਣ ਲੱਗ ਪਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖ ਲਿਆ ਕਿ ਮਸੰਦ ਹੰਕਾਰੇ ਗਏ ਨੇ ਔਰ ਹੰਕਾਰ ਨੇ ਇਹਨਾਂ ਦੀ ਮੱਤ ਮਾਰ ਦਿੱਤੀ ਹੈ ਮਾਇਆ ਨੇ। ਉਹ ਕਥਾ ਫਿਰ ਅੱਗੇ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਾਹੂੰ ਦਿਸ ਸੰਗਤ ਦੁਖੀ ਲਖ ਕੂਰਮ ਸੰਦ ਬਿਲੰਦ। ਗੁਰੂ ਕੀਆਂ ਸੰਗਤਾਂ ਚਾਰੇ ਪਾਸੇ ਦੁਖੀ ਹਨ। ਇਹਨਾਂ ਮਸੰਦਾਂ ਨੇ ਬੜਾ ਉਪਦਰਵ ਕੀਤਾ ਹੋਇਆ, ਬੜਾ ਉਦਮ ਮਚਾਇਆ ਹੋਇਆ, ਗੁਰੂ ਕੀ ਸੰਗਤ ਨੂੰ ਲੁੱਟ ਕੇ ਖਾਂਦੇ ਹਨ। ਸ਼ਰਦਾ ਰਹਿਵੇ ਦੇਤ ਨਹਿ ਲੈ ਧਨ ਤਾੜਨ ਮੰਦ। ਇਹ ਗੁਰੂ ਕੇ ਸਿੱਖਾਂ ਦੀ ਸ਼ਰਧਾ ਨਹੀਂ ਰਹਿਣ ਦਿੰਦੇ, ਉਹਨਾਂ ਕੋਲੋਂ ਮਾਇਆ ਵੀ ਲੈਂਦੇ ਨੇ ਤੇ ਉਹਨਾਂ ਨੂੰ ਤਾੜਨਾ ਵੀ ਕਰਦੇ ਨੇ, ਕੌੜੇ ਬਚਨ ਬੋਲਦੇ ਨੇ। ਚੌਪਈ ਅਨੇਕ ਪ੍ਰਕਾਰਨ ਕੇ ਸਿੱਖ ਮੇਰੇ। ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਸੋਚਦੇ ਨੇ ਕਿ ਸਾਡੀਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਨੇ, ਅਨੇਕਾਂ ਪ੍ਰਕਾਰ ਦੇ ਸੁਭਾਅ ਵਾਲੇ,
ਅਨੇਕਾਂ ਪ੍ਰਕਾਰ ਦੀ ਪ੍ਰਕਿਰਤੀ ਵਾਲੇ, ਅਨੇਕਾਂ ਪ੍ਰਕਾਰ ਦਾ ਬਿਜ਼ਨਸ ਕਰਨ ਵਾਲੇ, ਅਨੇਕਾਂ ਪ੍ਰਕਾਰ ਦਾ ਪਹਿਰਾਵਾ ਪਹਿਨਣ ਵਾਲੇ ਸਾਡੇ ਸਿੱਖ ਹਨ। ਘਾਟ ਬਾੜ ਕੋ ਨੀਚੇ ਉਚੇਰੇ, ਕਈ ਵੱਡੇ ਹਨ, ਗਰੀਬ ਹਨ, ਅਮੀਰ ਹਨ, ਨੀਚ ਹਨ, ਊਚ ਹਨ, ਹਿੰਦੂ ਹਨ, ਮੁਸਲਮਾਨ, ਸਭ ਤਰ੍ਹਾਂ ਦੇ ਲੋਕ ਜਿਹੜੇ ਹਨ, ਗਰੀਬ ਤੋਂ ਗਰੀਬ ਜਾਤੀਆਂ ਦੇ ਲੋਕ ਵੀ ਸਿੱਖ ਬਣੇ ਹਨ ਤੇ ਬੜੇ ਤੋਂ ਅਮੀਰ ਸਿੱਖ ਗੁਰੂ ਕੇ ਬਣੇ ਹਨ। ਕੇ ਚਿਤ ਨਿਰਧਨ ਕੋ ਧਨਵਾਨ, ਕਈ ਨਿਰਧਨ ਹਨ, ਬਹੁਤ ਗਰੀਬ ਹਨ ਤੇ ਕਈ ਬਹੁਤ ਧਨਵਾਨ ਅਮੀਰ ਹਨ। ਕੋ ਪ੍ਰੇਮੀ ਕੋ ਨੇਮੀ ਮਾਨ, ਕਈ ਗੁਰੂ ਕੇ ਸਿੱਖ ਪ੍ਰੇਮੀ ਹਨ ਤੇ ਕਈ ਨੇਮੀ ਹਨ। ਸਾਧ ਸੰਗਤ ਜੀ, ਵੱਖਰੀ ਵੱਖਰੀ ਅਵਸਥਾ ਹੁੰਦੀ ਹੈ। ਨੇਮੀ ਉਹ ਹੁੰਦਾ ਜਿਹੜਾ ਆਪਣਾ ਨੇਮ ਨਾ ਟੁੱਟਣ ਦੇਵੇ, ਤੇ ਪ੍ਰੇਮੀ ਉਹ ਹੁੰਦਾ ਉਹ ਆਪਣੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਲੀਨ ਰਹਿੰਦਾ। ਉੱਥੇ ਨੇਮ ਦੀ ਕੋਈ ਗੱਲ ਨਹੀਂ ਹੁੰਦੀ। ਪ੍ਰੇਮ ਤਹਾਂ ਨੇਮ ਕੈਸੋ, ਸੁੰਦਰ ਕਹਿਤ ਯਹ ਪ੍ਰੇਮ ਹੀ ਕੀ ਬਾਤ ਹੈ। ਪ੍ਰੇਮ ਦੇ ਵਿੱਚ ਕੋਈ ਨੇਮ ਨਹੀਂ ਹੁੰਦਾ। ਪ੍ਰੇਮੀ ਪਿਆਰ ਹੀ ਕਰਦੇ ਨੇ ਪ੍ਰਭੂ ਨੂੰ, ਗੁਰੂ ਨੂੰ। ਇਸ ਤਰ੍ਹਾਂ ਗੁਰੂ ਦੇ ਸਿੱਖ ਅਨੇਕਾਂ ਤਰ੍ਹਾਂ ਦੇ ਹਨ। ਅੱਜ ਵੀ ਸਾਧ ਸੰਗਤ ਜੀ, ਕਈ ਵਾਰੀ ਸਾਡੇ 'ਚ ਇਹ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਾਰਿਆਂ ਦੀ ਮਰਿਆਦਾ ਇੱਕੋ ਜਿਹੀ ਹੋਣੀ ਚਾਹੀਦੀ ਹੈ, ਸਾਰੇ ਗੁਰਦੁਆਰਿਆਂ ਦੀ ਮਰਿਆਦਾ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ, ਸਾਰੇ ਤਖਤਾਂ ਦੀ ਮਰਿਆਦਾ ਵੀ ਕਹਿੰਦੇ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਹ ਜਿਹੜੀ ਗੱਲ ਕਰਦੇ ਆ, ਇਹ ਤੇ ਔਰੰਗਜ਼ੇਬ ਕਹਿੰਦਾ ਸੀ ਵੀ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ, ਸਾਰੇ ਸਾਡੇ ਵਰਗੇ ਹੋਣੇ ਚਾਹੀਦੇ। ਨਹੀਂ, ਮਹਾਰਾਜ ਪਰਮੇਸ਼ਰ ਨੇ ਸੰਸਾਰ ਬਣਾਇਆ, ਇੱਕੋ ਜਿਹਾ ਨਹੀਂ ਬਣਾਇਆ। ਗੁਰਬਾਣੀ ਪੜ੍ਹ ਲਓ, ਮੇਰਾ ਪ੍ਰਭ ਇੱਕ ਖੇਲ ਰਚਾਇਆ, ਕੋਏ ਨਾ ਕਿਸੇ ਜਿਹਾ ਉਪਾਇਆ। ਮੇਰੇ ਪ੍ਰਭੂ ਨੇ ਐਸੀ ਖੇਡ ਰਚੀ ਹੈ, ਇੱਕ ਵਰਗਾ ਦੂਜਾ ਨਹੀਂ ਬਣਾਇਆ। ਅੱਜ ਜਿੰਨੀ ਦੁਨੀਆ ਦੇ ਅੰਗੂਠੇ ਦੇ ਨਿਸ਼ਾਨ ਨੇ, ਫਿੰਗਰਪ੍ਰਿੰਟ ਨੇ, ਇੱਕ ਦੂਜੀ ਦੇ ਨਾਲ ਰਲਦੇ ਨਹੀਂ। ਅੱਖਾਂ ਦਾ ਸਾਰੀ ਦੁਨੀਆ ਦਾ ਪਰਮੇਸ਼ਰ ਨੇ ਇਹੋ ਜਿਹਾ, ਹਰ ਇੱਕ ਬੰਦੇ ਦੀਆਂ ਅੱਖਾਂ ਇੱਕ ਦੂਜੀ ਤੋਂ ਵੱਖਰੀਆਂ ਨੇ, ਤਾਂ ਹੀ ਉਹ ਸਕੈਨਿੰਗ ਕਰਦੇ ਨੇ ਅੱਖਾਂ ਨੂੰ। ਇਸੇ ਤਰ੍ਹਾਂ ਇੱਕ ਭਰਾ ਦੀ ਦੂਜੇ ਭਰਾ ਨਾਲ ਸ਼ਕਲ ਨਹੀਂ ਰਲਦੀ। ਜੇ ਸ਼ਕਲ ਰਲਦੀ ਹੋਵੇ ਤੇ ਅਕਲ ਨਹੀਂ ਰਲਦੀ। ਇਸ ਕਰਕੇ ਵਾਹਿਗੁਰੂ ਨੇ ਰਚਨਾ ਬੜੇ ਭਿੰਨ ਭਿੰਨ ਪ੍ਰਕਾਰ ਦੀ ਰਚੀ ਹੈ। ਸਾਰਿਆਂ ਨੂੰ ਇੱਕੋ ਜਿਹਾ ਬਣਾਉਣ ਦੀ ਕੋਸ਼ਿਸ਼ ਔਰੰਗਜ਼ੇਬ ਕਰਦਾ ਸੀ। ਅੱਜ ਸਿੱਖ ਵੀ ਉੱਦਾਂ ਕਹਿਣ ਲੱਗ ਪਏ ਨੇ, ਅਖੇ ਜੀ ਇੱਕੋ ਜਿਹੀ ਮਰਿਆਦਾ ਹੋਣੀ ਚਾਹੀਦੀ ਹੈ। ਤੇ ਇਹ ਜਿਹੜੀ ਸੋਚ ਹੈ ਨਾ, ਇਹ ਕੱਟੜ ਸੋਚ ਹੈ। ਮਹਾਰਾਜ ਸੋਚ ਰਹੇ ਨੇ ਮੇਰੇ ਕੋਈ ਪ੍ਰੇਮੀ ਸਿੱਖ ਨੇ, ਕੋਈ ਨੇਮੀ ਸਿੱਖ ਨੇ, ਕਈ ਨਿਰਧਨ ਨੇ, ਗਰੀਬ ਨੇ, ਕਈ ਬੜੇ ਬੜੇ ਅਮੀਰ ਨੇ, ਕਈ ਬਹੁਤ ਪ੍ਰਕਾਰ ਦੀ ਉਹਨਾਂ ਦੀ ਪ੍ਰਕਿਰਤੀ ਹੈ। ਕਈ ਬੜੇ ਕੋਮਲ ਸੁਭਾਅ ਦੇ ਨੇ, ਕਈ ਬੜੇ ਖਰਵੇ ਸੁਭਾਅ ਦੇ ਨੇ। ਹਾਂਜੀ, ਕੇ ਚਿਤ ਕੋਮਲ ਪਰ ਉਪਕਾਰੀ, ਕਹਿੰਦੇ ਕਈ ਕੋਮਲ ਸੁਭਾਅ ਦੇ ਨੇ ਪਰ ਉਪਕਾਰੀ ਨੇ। ਕਿਸੇ ਗਰੀਬ ਨੂੰ ਵੇਖ ਕੇ ਇੱਕਦਮ ਹੀ ਦਿਲ 'ਚ ਦਇਆ ਆ ਜਾਂਦੀ ਹੈ। ਭੁੱਖੇ ਨੂੰ ਰੋਟੀ ਖਵਾਉਣਗੇ, ਬਿਮਾਰ ਨੂੰ ਦਵਾਈ ਦਵਾਉਣਗੇ, ਨੰਗੇ ਨੂੰ ਕੱਪੜਾ ਦੇਣਗੇ, ਕਿਸੇ ਨੂੰ ਸਹਾਰਾ ਦੇਣਗੇ। ਉਹ ਹਰ ਇੱਕ ਦੇ ਨਾਲ ਪ੍ਰੇਮ ਕਰਨਗੇ। ਕੋਮਲ ਸੁਭਾਅ ਵਾਲੇ ਵੀ ਮੇਰੇ ਸਿੱਖ ਲੱਖਾਂ ਹੀ ਨੇ। ਕੇ ਚਿਤ ਅਣਖੀ ਨਹਿ ਨਾ ਸਹਾਰੀ, ਤੇ ਕਈ ਅਣਖੀ ਨੇ, ਉਹ ਕਿਸੇ ਦੀ ਗੱਲ ਨਹੀਂ ਸਹਾਰਦੇ। ਜੇ ਕੋਈ ਮਾੜਾ ਜਿਹਾ ਵੀ ਕੋਈ ਤਿੜਫਿੜ ਕਰੇ ਤੇ ਉਸੇ ਵੇਲੇ ਤਲਵਾਰ ਮਿਆਨ 'ਚੋਂ ਖਿੱਚ ਲੈਣਗੇ, ਆ ਇੱਧਰ ਜਰਾ। ਉਹ ਵੀ ਨੇ। ਸੋ ਗੁਰੂ ਦੇ ਸਿੱਖ ਸਾਰਿਆਂ ਤਰ੍ਹਾਂ ਦੇ ਨੇ। ਗੁਰੂ ਕੇ ਸਿੱਖ ਇੱਕੋ ਜਿਹੇ ਨਹੀਂ ਹਨ। ਕੇ ਚਿਤ ਮੂਰਖ ਕੇ ਚਿਤ ਪੰਡਤ, ਕਈ ਮੂਰਖ ਵੀ ਨੇ, ਉਹ ਵੀ ਗੁਰੂ ਦੇ ਸਿੱਖ ਨੇ। ਮਹਾਰਾਜ ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਆਰਾਮ ਖੋਰ। ਹੁਣ ਘਰ 'ਚ ਕੋਈ ਨਿਆਣਾ ਮੂਰਖ ਵੀ ਨਿਕਲ ਆਉਂਦਾ ਤੇ ਉਹਨੂੰ ਘਰੋਂ ਥੋੜ੍ਹਾ ਕੱਢ ਦਈਦਾ। ਜੇ ਕੋਈ ਵਿਚਾਰਾ ਬਿਮਾਰ ਸ਼ਮਾਰ ਹੋਵੇ, ਉਹਨੂੰ ਵੀ ਘਰ ਹੀ ਰੱਖਣਾ ਪੈਂਦਾ। ਤੇ ਜਿਹੜੇ ਇਹੋ ਜਿਹੇ ਮੂਰਖ ਨੇ, ਉਹਨਾਂ ਨੂੰ ਕਿੱਥੋਂ ਕੱਢੀਏ? ਉਹ ਵੀ ਗੁਰਦੁਆਰਿਆਂ 'ਚ ਹੀ ਰਹਿਣੇ ਨੇ, ਉਹ ਵੀ ਪੰਥ 'ਚ ਹੀ ਰਹਿਣੇ ਨੇ। ਤਾਂ ਮਹਾਰਾਜ ਕਹਿੰਦੇ ਕੇਚਿਤ ਮੂਰਖ, ਕਈ ਤਾਂ ਸਾਡੇ ਮੂਰਖ ਸਿੱਖ ਵੀ ਨੇ। ਤੇ ਕਹਿੰਦੇ ਕੇਚਿਤ ਪੰਡਤ, ਬੜੇ ਬੜੇ ਵਿਦਵਾਨ ਗਿਆਨੀ, ਪੜ੍ਹੇ ਲਿਖੇ, ਸਿਆਣੇ, ਸਮਝਦਾਰ, ਉਹ ਵੀ ਗੁਰੂ ਪੰਥ ਵਿੱਚ ਹਨ। ਗੁਰਮੁਖ ਸਨਮੁਖ ਪਰਮਤ ਖੰਡਤ, ਗੁਰਮੁਖ ਸਨਮੁਖ, ਜਿਹੜੇ ਗੁਰਮੁਖ ਨੇ, ਗੁਰੂ ਦੇ ਸਨਮੁਖ ਰਹਿੰਦੇ ਨੇ। ਤੇ ਪਰਮਤ ਖੰਡਤ, ਜਿਹੜੇ ਦੂਸਰਿਆਂ ਦੀ ਪਰਾਏ ਮਤਾਂ ਨੂੰ ਖੰਡਨ ਕਰਨ ਵਾਲੇ ਨੇ, ਉਹ ਵੀ ਨੇ। ਉਹ ਦੂਜੇ ਨੂੰ ਕਿਸੇ ਨੂੰ ਮੰਨਦੇ ਹੀ ਨਹੀਂ, ਕਹਿੰਦੇ ਨਾ ਹਮ ਹੀ ਹਮ ਹੈ, ਬਾਕੀ ਸਭ ਕੰਮ ਹੈ। ਇਸ ਤਰ੍ਹਾਂ ਦੀ ਫੌਜ ਵੀ ਹੈ। ਹਾਂਜੀ, ਸ਼ਰਧਾ ਦ੍ਰਿੜ ਅਨਦ੍ਰਿੜ ਉਰ ਧਾਰੀ, ਕਈ ਬੜੇ ਪੱਕੀ ਸ਼ਰਧਾ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਤੇ ਇੰਨਾ ਭਰੋਸਾ ਹੈ
ਵੀ ਭਾਵੇਂ ਚੰਦ ਸੂਰਜ ਆਪਣੀ ਥਾਂ ਤੋਂ ਹਿੱਲ ਜਾਣ, ਉਹਨਾਂ ਦੀ ਸ਼ਰਧਾ ਨਹੀਂ ਹਿੱਲਦੀ, ਉਹਨਾਂ ਦਾ ਗੁਰੂ ਤੇ ਭਰੋਸਾ ਨਹੀਂ ਡੋਲਦਾ। ਤੇ ਕਈ ਉਹ ਵੀ ਨੇ ਵੀ ਕਦੀ ਤੇ ਗੁਰੂ ਤੇ ਸ਼ਰਧਾ ਕਰ ਲੈਂਦੇ ਨੇ ਜਦੋਂ ਲੋੜ ਹੁੰਦੀ ਹੈ, ਤੇ ਜਦੋਂ ਕੰਮ ਨਿਕਲ ਜਾਂਦਾ ਫਿਰ ਗੁਰੂ ਨੂੰ ਭੁੱਲ ਵੀ ਜਾਂਦੇ ਨੇ। ਕਦੀ ਸ਼ਰਧਾ ਕਰ ਲਈ, ਕਦੀ ਟੁੱਟ ਗਈ, ਕਦੀ ਗੁਰੂ ਤੇ ਕਰ ਲਈ, ਕਦੀ ਕਿਸੇ ਹੋਰ ਦੇਵੀ ਦੇਵਤੇ ਤੇ ਜਾ ਕੇ ਮੰਦਰ 'ਚ ਮੱਥਾ ਟੇਕਤਾ, ਕਦੀ ਕਿਸੇ ਜੋਤਸ਼ੀ ਕੋਲੋਂ ਹੱਥ ਵਿਖਾਉਣ ਲੱਗ ਪਏ, ਕਦੀ ਕਿਸੇ ਕੋਲ ਚਲੇ ਗਏ। ਉਹੋ ਜਿਹੇ ਵੀ ਹੁੰਦੇ ਨੇ, ਆਉਂਦੇ ਨੇ ਗੁਰੂ ਘਰ 'ਚੋਂ ਵੀ, ਪ੍ਰਸ਼ਾਦਾ ਉਹਨਾਂ ਨੇ ਵੀ ਉੱਥੋਂ ਹੀ ਛਕਣਾ ਗੁਰੂ ਨਾਨਕ ਦੇ ਘਰ 'ਚੋਂ। ਤੇ ਗੁਰੂ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੈ। ਆਖੋ ਸਤਿਨਾਮ। ਇਹ ਦਰਵਾਜ਼ਾ ਕਿਸੇ ਲਈ ਬੰਦ ਨਹੀਂ ਹੈ। ਹਾਂਜੀ, ਕੋ ਕਠੋਰ ਕੋ ਕਰਤੇ ਉਚਾਰੀ। ਕਹਿੰਦੇ ਕੋਈ ਕਰੜੇ ਬੋਲਦੇ ਨੇ, ਬੜੇ ਡਾਢੇ ਖਰਵੇ ਬੋਲਦੇ ਨੇ, ਇਹੋ ਜਿਹੇ ਗੜਕ ਕੇ ਬੋਲਦੇ ਨੇ, ਅਗਲਾ ਉਂਝ ਹੀ ਮਰਨ ਵਾਲਾ ਹੋ ਜਾਂਦਾ, ਸਾਹ ਹੀ ਸੁੱਕ ਜਾਂਦੇ ਨੇ ਅਗਲੇ ਦੇ। ਹਾਂਜੀ, ਬਸੀ ਮਸੰਦਨ ਸੰਗਤ ਰਹੀ। ਮਹਾਰਾਜ ਕਹਿੰਦੇ ਸਮਾਂ ਇਹੋ ਜਿਹਾ ਬਣ ਗਿਆ, ਸਾਡੀ ਸੰਗਤ ਮਸੰਦਾਂ ਦੇ ਵਾਸ ਪੈ ਗਈ ਹੈ। ਤਉ ਸਿੱਖੀ ਨਿਭੈ ਜਗ ਨਹੀਂ। ਜੇ ਇਸੇ ਤਰ੍ਹਾਂ ਹੀ ਰਿਹਾ, ਜੇ ਮਸੰਦਾਂ ਦੇ ਕਾਬੂ ਰਹੀ ਸਿੱਖੀ, ਤਾਂ ਬਹੁਤਾ ਚਿਰ ਸਿੱਖੀ ਸੰਸਾਰ 'ਚ ਨਹੀਂ ਚੱਲੇਗੀ, ਸਿੱਖੀ ਨਿਭ ਨਹੀਂ ਸਕੇਗੀ, ਕਿਉਂਕਿ ਮਸੰਦ ਸਿੱਖੀ ਦਾ ਸਹੀ ਪ੍ਰਚਾਰ ਨਹੀਂ ਕਰ ਰਹੇ। ਹਮ ਸ਼ਰੀਰ ਲਗ ਗੁਰੂ ਰਹੇ ਹੈ। ਮਹਾਰਾਜ ਇਹ ਵੀ ਸੋਚਦੇ ਨੇ ਵੀ ਗੁਰੂ ਨਾਨਕ ਦੀ ਜੋਤ ਸਾਡੇ ਸਰੀਰ ਤੱਕ ਹੀ 10 ਸਰੀਰਾਂ 'ਚ ਰਹਿਣੀ ਸੀ, ਸਾਡੇ ਤੋਂ ਬਾਅਦ ਨਹੀਂ ਕੋਈ 11ਵਾਂ ਜਾਮਾ ਹੋਣਾ। ਅੱਜ ਸਾਧ ਸੰਗਤ ਜੀ ਕਈਆਂ ਨੇ ਆਪਣੇ ਆਪਣੇ ਗੁਰੂ ਬਣਾ ਲਏ, ਪਰ ਜਿਹੜੇ ਗੁਰੂ ਪਰਮੇਸ਼ਰ ਅਵਤਾਰ ਈਸ਼ਵਰ ਕੋਟੀ ਦੇ ਹਨ ਉਹ 10 ਹੀ ਹਨ। ਬਾਕੀ ਜਿਹੜੇ ਕਿਸੇ ਦਾ ਕੋਈ ਪਰਸਨਲ ਗੁਰੂ ਹੈ, ਉਹਨਾਂ ਨੂੰ ਮੰਨਦਾ, ਉਹਨਾਂ ਤੋਂ ਵਿੱਦਿਆ ਲੈਂਦਾ, ਉਹਨਾਂ ਤੋਂ ਸਿੱਖਿਆ ਲੈਂਦਾ, ਗਿਆਨ ਲੈਂਦਾ, ਉਹ ਗੱਲ ਵੱਖਰੀ ਹੈ। ਪਰ ਜਿਹੜੇ ਈਸ਼ਵਰ ਅਵਤਾਰ ਪਰਮੇਸ਼ਰ ਦੇ ਕਲਯੁਗ ਵਿੱਚ ਹੋਣੇ ਸਨ, ਉਹ 10 ਪਾਤਸ਼ਾਹੀਆਂ ਮਹਾਰਾਜ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਪੂਰਨ ਗੋਰੇ ਅਵਤਾਰ, ਜਗਮਗ ਜੋਤ ਬਿਰਾਜ ਰਹੀ, ਸ੍ਰੀ ਅਬਚਲ ਨਗਰ ਮਜਾਲ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 5 ਪਿਆਰੇ ਇਹ ਖਾਲਸੇ ਪੰਥ ਦਾ ਸਰੂਪ ਹੈ। ਔਰ ਸ਼ਖਸੀ ਪੂਜਾ ਕੋਈ ਨਹੀਂ ਗੁਰੂ ਘਰ ਵਿੱਚ, ਪਰ ਜੇ ਕੋਈ ਗੁਰਮੁਖ ਪਿਆਰਾ ਨਾਮ ਜਪਦਾ ਜਪਾਉਂਦਾ ਹੈ, ਉਹਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀ ਮਰਜ਼ਾਦਾ ਮਹਾਰਾਜ ਕਹਿੰਦੇ ਸਾਡੇ ਤੋਂ ਬਾਅਦ ਕਾਇਮ ਹੋਵੇਗੀ, ਤੇ 11ਵਾਂ ਜਾਮਾ ਕੋਈ ਨਹੀਂ ਹੋਵੇਗਾ। ਸੁਧ ਸੰਗਤ ਕੀ ਸਦਾ ਲਹੇ ਹੈ। ਆਖੋ ਗੁਰੂ ਕੀ ਸੰਗਤ ਦੀ ਖਬਰਸਾਰ ਲੈਣੀ ਸਾਡਾ ਫਰਜ਼ ਹੈ। ਸਾਡੇ ਤੋਂ ਬਾਅਦ ਕਿਵੇਂ ਮਰਿਆਦਾ ਨਿਭੇਗੀ, ਇਹ ਵੀ ਵਿਚਾਰਨਾ ਜ਼ਰੂਰੀ ਹੈ। ਇਸ ਵਿਦ ਹਮਰੇ ਰਹੇ ਪਿਛਾਰੀ। ਜੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਾਡੇ ਤੋਂ ਬਾਅਦ ਇਹ ਮਸੰਦ ਟਿਕੇ ਰਹੇ, ਤੇ ਸਾਡੇ ਤੋਂ ਬਾਅਦ ਤਾਂ ਮਸੰਦਾਂ ਨੇ ਬੜਾ ਉਪਦਰਵ ਕਰਨਾ, ਇਹ ਬੜਾ ਸੰਗਤ ਨੂੰ ਖਰਾਬ ਕਰਨਗੇ। ਨਿਰਭੈ ਹੋਏ ਦੁੱਖ ਦੇ ਪੁੰਨ ਭਾਰੀ। ਇਸ ਨਿਰਭੈ ਹੋ ਜਾਣਗੇ, ਬੇਡਰ ਬੇਖੌਫ ਹੋ ਜਾਣਗੇ, ਫਿਰ ਸੰਗਤ ਨੂੰ 2 ਹੱਥਾਂ ਨਾਲ ਲੁੱਟਣਗੇ ਤੇ ਨਾਲੇ ਡਰਾਉਣਗੇ। ਸੰਗਤ ਦਾ ਬਹੁਤ ਨੁਕਸਾਨ ਹੋਵੇਗਾ, ਸਿੱਖੀ ਹੌਲੇ ਹੌਲੇ ਖਿੰਡ ਪੁੰਡ ਜਾਏਗੀ। ਜਦੋਂ ਗੁਰੂ ਕੇ ਪ੍ਰਚਾਰਕ, ਗੁਰੂ ਕੇ ਮਸੰਦੀ ਸੰਗਤ ਨੂੰ ਨਹੀਂ ਸਾਂਭਣਗੇ, ਫਿਰ ਸੰਗਤ ਕਿੱਧਰ ਜਾਵੇਗੀ। ਇਨ ਤੇ ਸੰਗਤ ਸਰਬ ਛੁਰਾਵੈ। ਮਹਾਰਾਜ ਕਲਗੀਧਰ ਪਾਤਸ਼ਾਹ ਸੋਚਦੇ ਐ, ਇਹਨਾਂ ਮਸੰਦਾਂ ਕੋਲੋਂ ਸੰਗਤ ਦਾ ਖਹਿੜਾ ਛੁਡਾ ਲਈਏ। ਦੇ ਸਿੱਖ ਕਾਰ ਆਪ ਹੀ ਆਵੈ। ਮਹਾਰਾਜ ਸੋਚਦੇ ਐ ਇਸ ਤਰ੍ਹਾਂ ਦਾ ਵਰਤਾਰਾ ਕਰੀਏ ਵੀ ਜਿਹੜੀ ਸੰਗਤ ਕਾਰ ਭੇਟਾ ਦਸਵੰਧ ਮਾਇਆ ਗੁਰੂ ਘਰ ਦੀ ਹੈ, ਆਪ ਲੈ ਕੇ ਆਵੇ, ਆਪ ਹੀ ਜਮ੍ਹਾਂ ਕਰਾਉਣ, ਮਸੰਦਾਂ ਨੂੰ ਨਾ ਫੜਾਉਣ। ਇਹ ਹੁਕਮਨਾਮਾ ਹੁਣ ਜਾਰੀ ਕਰੀਏ। ਇਮ ਚਿਤਵਤ ਬੀਤਿਓ ਕਿਤ ਕਾਲਾ। ਇਸ ਤਰ੍ਹਾਂ ਸੋਚਦਿਆਂ ਕੁਝ ਸਮਾਂ ਬੀਤ ਗਿਆ। ਗੁਰੂ ਸਾਹਿਬ ਇਸ ਗੱਲ ਤੇ ਵਿਚਾਰ ਕਰਦੇ ਰਹੇ ਕਿ ਮਸੰਦਾਂ ਤੋਂ ਕਿਸ ਤਰ੍ਹਾਂ ਖਹਿੜਾ ਛੁਡਾਇਆ ਜਾਵੇ ਸੰਗਤ ਦਾ। ਸਦਾ ਸੰਗਤਾਂ ਆਏ ਵਿਸਾਲਾ। ਸੰਗਤਾਂ ਬਹੁਤ ਆਉਂਦੀਆਂ ਨੇ, ਹਜ਼ਾਰਾਂ ਹੀ ਸੰਗਤਾਂ, ਲੱਖਾਂ ਹੀ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਆਉਂਦੀਆਂ ਨੇ। ਬੜੀ ਭਾਰੀ ਸੰਗਤ ਦਾ ਮੇਲਾ ਲੱਗਦਾ ਹੈ। ਬੜੀ ਮਾਤ ਹਰ ਗੁਜਰੀ ਪਾਸ। ਵੱਡੇ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਚੇਤੋ ਆਦਿਕ ਕਹੇ ਅਰਦਾਸ। ਇਹ ਜਿਹੜੇ ਮਸੰਦ ਚੇਤੋ ਵਰਗੇ ਨੇ, ਇਹ ਜਾ ਕੇ ਗੱਲਾਂ ਕਰਦੇ ਨੇ, ਮਾਤਾ ਜੀ ਤੁਸੀਂ ਮਹਾਰਾਜ ਨੂੰ ਸਮਝਾਓ। ਮਾਤਾ ਜੀ ਮਹਾਰਾਜ 10ਵੇਂ ਪਾਤਸ਼ਾਹ ਬੜੇ ਕਠੋਰ ਸੁਭਾਅ ਵਿੱਚ ਮਸੰਦਾਂ ਨਾਲ ਵਰਤਣ ਲੱਗ ਪਏ ਨੇ, ਤੇ ਜੇ ਮਾਤਾ ਜੀ ਮਸੰਦਾਂ ਨੂੰ ਕੱਢ ਦਿਓਗੇ ਤੇ ਫਿਰ ਕੀ ਬਣੇਗਾ।
ਗੁਰੂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ, ਲੰਗਰ ਕਿੱਥੋਂ ਚੱਲਣਗੇ, ਪ੍ਰਬੰਧ ਕਿੱਥੋਂ ਚੱਲੇਗਾ। ਇੱਦਾਂ ਮਸੰਦ ਜਿਹੜੇ ਹਨ ਉਹ ਮਾਤਾ ਜੀ ਦੇ ਕੋਲ ਜਾ ਜਾ ਕੇ ਮਾਤਾ ਜੀ ਦੇ ਕੰਨ ਭਰਨ ਦੀ ਕੋਸ਼ਿਸ਼ ਕਰਦੇ ਹਨ। ਗੁਰ ਕੀ ਬੈਸ ਬਾਲ ਬੁੱਧ ਅਹੈ। ਕਹਿਣ ਲੱਗਾ ਮਹਾਰਾਜ ਚੇਤੋ ਮਸੰਦ ਮਹਾਰਾਜ ਨੂੰ ਕਹਿੰਦਾ ਮਾਤਾ ਗੁਜਰੀ ਜੀ ਨੂੰ ਕਿ ਮਾਤਾ ਜੀ ਗੁਰੂ ਸਾਹਿਬ ਜੀ ਦੀ ਉਮਰ ਅਜੇ ਛੋਟੀ ਹੈ, ਅਜੇ ਜਵਾਨੀ ਦੀ ਉਮਰ ਹੈ, 30-31 ਸਾਲ ਦੀ ਉਮਰ ਹੈ। ਇਹਨਾਂ ਨੂੰ ਨਹੀਂ ਪਤਾ ਕਿ ਸਮਾਜ ਦੇ ਵਿੱਚ ਕਿਵੇਂ ਇੰਨਾ ਔਖੇ ਹੋ ਕੇ ਮਸੰਦ ਪ੍ਰਚਾਰ ਕਰਦੇ ਨੇ, ਸੰਗਤ ਕੋਲੋਂ ਮਾਇਆ ਗੁਰੂ ਦੀ ਦਸਵੰਧ ਕਢਾ ਕੇ ਲਿਆਉਂਦੇ ਨੇ ਤੇ ਗੁਰੂ ਕੇ ਖਜ਼ਾਨਿਆਂ 'ਚ ਦਿੰਦੇ ਨੇ। ਨਿਠੁਰ ਮਸੰਦਨ ਕੋ ਬਚ ਕਹੈ। ਮਹਾਰਾਜ ਦੀ ਉਮਰ ਛੋਟੀ ਹੈ ਤੇ ਮਸੰਦਾਂ ਨੂੰ ਬੜਾ ਕੌੜਾ ਬੋਲਦੇ ਨੇ। ਜਿਨ ਅਧੀਨ ਹੈ ਸੰਗਤ ਸਾਰੀ। ਇਹ ਮਸੰਦਾਂ ਦੇ ਅਧੀਨ ਸਾਰੀ ਸੰਗਤ ਹੈ, ਜਿਨ੍ਹਾਂ ਮਸੰਦਾਂ ਨੇ ਸਾਰੀ ਸੰਗਤ ਨੂੰ ਜੋੜ ਕੇ ਰੱਖਿਆ ਹੋਇਆ ਹੈ। ਬਿਗਰ ਮਸੰਦ ਸੋ ਦੇਹ ਬਿਗਾਰੀ। ਜੇ ਮਸੰਦ ਵਿਗੜ ਗਏ ਨਾ ਤੇ ਸੰਗਤ ਨੂੰ ਵੀ ਵਿਗਾੜ ਦੇਣਗੇ। ਸੰਗਤ ਨੂੰ ਕਹਿ ਦੇਣਗੇ ਵੀ ਗੁਰੂ ਘਰ ਨਹੀਂ ਜਾਣਾ, ਗੁਰੂ ਗੋਬਿੰਦ ਸਿੰਘ ਨੂੰ ਮੱਥਾ ਨਹੀਂ ਟੇਕਣਾ, ਤੇ ਫਿਰ ਕੌਣ ਆਵੇਗਾ ਮੱਥਾ ਟੇਕਣ। ਜਾਂ ਤੇ ਤੁਮ ਸੁਤ ਕੋ ਸਮਝਾਵੋ। ਇਸ ਕਰਕੇ ਮਾਤਾ ਜੀ ਆਪਣੇ ਪੁੱਤਰ ਨੂੰ ਕਲਗੀਧਰ ਪਾਤਸ਼ਾਹ ਨੂੰ ਤੁਸੀਂ ਸਮਝਾਓ। ਚਾਹੂੰ ਦਿਸ਼ੀਨ ਮੈਂ ਨਹਿ ਬਿਗੜਾਵੋ। ਸਾਰੇ ਪਾਸੇ ਕੰਮ ਚੱਲ ਰਿਹਾ ਵਧੀਆ, ਪੂਰਬ ਪੱਛਮ ਉੱਤਰ ਦੱਖਣ ਸੰਗਤਾਂ ਜੁੜੀਆਂ ਹੋਈਆਂ ਨੇ। ਕਿਤੇ ਮਸੰਦਾਂ ਨਾਲ ਵਿਗਾੜ ਕੇ ਆਪਣੀ ਸੰਗਤ ਨਾ ਤੋੜ ਬਹਿਣ ਗੁਰੂ ਸਾਹਿਬ। ਕਰਬੋ ਗੁਰੂ ਮਸੰਦਨ ਹਾਥ। ਗੁਰੂ ਬਣਾਉਣਾ ਤੇ ਮਸੰਦਾਂ ਦੇ ਹੱਥ ਵਿੱਚ ਹੈ। ਜਿਹਨੂੰ ਮਸੰਦ ਚਾਹਣਗੇ ਉਹ ਗੁਰੂ ਬਣ ਜਾਏਗਾ। ਜੇ ਮਸੰਦ ਕਿਸੇ ਹੋਰ ਸੋਢੀ ਨੂੰ ਅੱਗੇ ਕਰ ਦੇਣਗੇ ਤੇ ਲੋਕ ਉਹਨੂੰ ਮੱਥਾ ਟੇਕਣ ਲੱਗ ਜਾਣਗੇ, ਫੇਰ ਗੁਰੂ ਸਾਹਿਬ ਕੀ ਕਰਨਗੇ। ਨਾਥ ਬਣਾਏ ਨਿਵਾਵੇਂ ਮਾਥ। ਜਿਹਨੂੰ ਮਰਜ਼ੀ ਅਸੀਂ ਗੁਰੂ ਬਣਾ ਦਈਏ, ਜਿਹਨੂੰ ਅਸੀਂ ਗੱਦੀ ਤੇ ਬਿਠਾ ਕੇ ਮੱਥਾ ਟਿਕਵਾਉਣ ਲੱਗ ਪਏ, ਲੋਕਾਂ ਨੇ ਉਹਨੂੰ ਹੀ ਟੇਕਣਾ ਸ਼ੁਰੂ ਕਰ ਦੇਣਾ ਹੈ। ਕਿਉਂਕਿ ਦੁਨੀਆ ਦੀ ਤਾਂ ਭੇਡਾ ਚਾਲ ਹੁੰਦੀ ਹੈ, ਜਿੱਧਰ ਚੱਲ ਪਏ। ਤੋ ਦੁਨੀਆ ਨੂੰ ਮੱਥਾ ਟਿਕਾਣਾ ਸਾਡਾ ਕੰਮ ਹੈ ਵੀ ਕਿਹਨੂੰ ਅਸੀਂ ਮੱਥਾ ਟਿਕਵਾਈਏ। ਜਿਹਨੂੰ ਅਸੀਂ ਲੋਕਾਂ ਨੂੰ ਕਵਾਂਗੇ ਉਹਨੂੰ ਹੀ ਲੋਕ ਮੱਥਾ ਟੇਕ ਦੇਣਗੇ। ਇਸ ਕਰਕੇ ਮਾਤਾ ਜੀ 10ਵੇਂ ਪਾਤਸ਼ਾਹ ਨੂੰ ਸਮਝਾਓ, ਸਾਡੇ ਨਾਲ ਬਣਾ ਕੇ ਰੱਖਿਆ ਕਰਨ। ਸੋਈ ਗੁਰ ਪੂਜੈ ਤਿਸ ਆਏ। ਉਹੀ ਗੁਰੂ ਬਣੇਗਾ ਜਿਹਨੂੰ ਅਸੀਂ ਬਣਾਵਾਂਗੇ ਤੇ ਸੰਗਤਾਂ ਉਹਦੀ ਪੂਜਾ ਕਰਨਗੀਆਂ ਆ ਕੇ। ਗਨ ਮਸੰਦ ਜੈ ਸੀਸ ਨਿਵਾਏ। ਜਿੱਥੇ ਸਾਰੇ ਮਸੰਦ ਸਿਰ ਨਵਾਉਂਦੇ ਨੇ, ਮੱਥਾ ਟੇਕਦੇ ਨੇ। ਪੂਰਬ ਗੁਰ ਨਹਿ ਕਿਨਹੂ ਬਿਗਾਰੇ। ਪਹਿਲੇ ਗੁਰੂ ਸਾਹਿਬ ਨੇ ਕਿਸੇ ਗੁਰੂ ਸਾਹਿਬ ਨੇ ਮਸੰਦਾਂ ਨਾਲ ਨਹੀਂ ਵਿਗਾੜੀ। 9 ਪਾਤਸ਼ਾਹੀਆਂ ਨੇ ਕਦੀ ਮਸੰਦਾਂ ਨੂੰ ਟੋਕਿਆ ਨਹੀਂ। ਰਹੇ ਮਸੰਦਨ ਕੇ ਅਨੁਸਾਰੇ। ਗੁਰੂ ਸਾਹਿਬ ਵੀ ਮਸੰਦਾਂ ਦੇ ਅਨੁਸਾਰ ਹੀ ਚੱਲਦੇ ਸਨ। ਚੇਤੋ ਕਹਿ ਰਿਹਾ, ਕਿਉਂਕਿ ਆਪਣੇ ਪੱਖ ਨੂੰ ਤੇ ਹਰ ਕੋਈ ਬੜਾ ਲਿਪ ਪੋਚ ਕੇ ਗੱਲ ਕਰਦਾ। ਕਹਿੰਦਾ ਦੇਖੋ ਮਾਤਾ ਜੀ, 6ਵੇਂ ਪਾਤਸ਼ਾਹ ਵੀ ਕਿੱਡੇ ਮਹਾਂਬਲੀ ਹੋਏ ਨੇ, ਉਹਨਾਂ ਨੇ ਵੀ ਸਾਨੂੰ ਕਦੀ ਨਹੀਂ ਕਿਹਾ। 7ਵੇਂ ਪਾਤਸ਼ਾਹ ਨੇ ਨਹੀਂ ਕਿਹਾ, 8ਵੇਂ ਪਾਤਸ਼ਾਹ ਨੇ ਨਹੀਂ ਕਿਹਾ, 9ਵੇਂ ਪਾਤਸ਼ਾਹ ਨੇ ਨਹੀਂ ਕਿਹਾ। ਇਹ ਤੁਹਾਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸਾਨੂੰ ਟੋਕਦੇ ਨੇ। ਜਿਸ ਕੋ ਚਾਹਤ ਰਹੇ ਪੁਜਾਵਤ। ਜਿਹਨੂੰ ਅਸੀਂ ਚਾਹੁੰਦੇ ਹਾਂ ਉਹਦੀ ਪੂਜਾ ਕਰਾਉਂਦੇ ਰਹੇ ਹਾਂ। ਅਸੀਂ ਜਿੱਥੇ ਲੈ ਜਾਈਏ ਸੰਗਤ ਨੂੰ, ਸੰਗਤ ਉੱਥੇ ਹੀ ਜਾਂਦੀ ਹੈ। ਸਭ ਗੁਰ ਬੰਸ ਗੁਰੂ ਕਹਿਲਾਵਤ। ਸਾਰਾ ਹੀ ਗੁਰੂ ਦਾ ਬੰਸ, ਗੁਰੂ ਰਾਮਦਾਸ ਦਾ ਜਿੰਨਾ ਸਾਰੇ ਗੁਰੂ ਹੀ ਕਹਾਉਂਦੇ ਨੇ। ਤੇ ਅਸੀਂ ਜੇ ਚਾਹੀਏ ਬਾਬੇ ਧੀਰਮਲ ਨੂੰ ਮੱਥਾ ਟਿਕਵਾ ਦਈਏ, ਅਸੀਂ ਚਾਹੀਏ ਕਿਸੇ ਹੋਰ ਸੋਢੀ ਨੂੰ ਚੁੱਕ ਕੇ ਗੁਰੂ ਬਣਾ ਦਈਏ। ਮਾਤਾ ਜੀ ਸਾਰਾ ਗੁਰੂ ਦਾ ਹੀ ਬੰਸ ਹੈ ਨਾ। ਇਸ ਕਰਕੇ ਇਹ ਨਾ ਸਮਝਣਾ ਵੀ ਗੁਰੂ ਗੋਬਿੰਦ ਸਿੰਘ ਹੀ ਗੁਰੂ ਹੈ। ਗੁਰੂ ਤੇ ਅਸੀਂ ਹੋਰ ਵੀ ਬਣਾ, ਇਸ਼ਾਰਾ ਤਾਂ ਇਹ ਦੇ ਰਹੇ ਨੇ ਵੀ ਅਸੀਂ ਤਾਂ ਜਿਹਨੂੰ ਮਰਜ਼ੀ ਗੁਰੂ ਬਣਾ ਸਕਦੇ ਹਾਂ। ਇਹ ਰੁਖ ਫਿਰੇ ਰਹਿਤ ਨਹਿ ਮੇਲੇ। ਇਹ ਗੁਰੂ ਗੋਬਿੰਦ ਸਿੰਘ ਜੀ ਸਾਡੇ ਨਾਲ ਗੱਲ ਹੀ ਨਹੀਂ ਕਰਦੇ, ਸਾਡੇ ਨਾਲ ਅੱਖ ਨਹੀਂ ਮਿਲਾਉਂਦੇ, ਸਾਨੂੰ ਕੋਲ ਨਹੀਂ ਬਿਠਾਉਂਦੇ, ਤੇ ਹੋਰ ਹੀ ਫੌਜਾਂ ਤਿਆਰ ਕਰਕੇ ਸਿੰਘਾਂ ਦੀਆਂ ਫਿਰਦੇ ਨੇ। ਇਹ ਸਾਡੇ ਨਾਲ ਨਹੀਂ ਵਿਚਰਦੇ। ਦੇਨ ਲੈ ਨਿਹਿਤ ਨਾਹਿਨ ਸਕੇਲੇ। ਔਰ ਸਾਨਾ ਲੈਣ ਦੇਣ ਦੀ ਗੱਲ ਨਹੀਂ ਕਰਦੇ। ਸਾਨੂੰ ਕਦੀ ਕੋਲ ਬਿਠਾ ਕੇ ਸਾਡਾ ਮਾਣ ਸਤਿਕਾਰ ਨਹੀਂ ਕਰਦੇ। ਨਾ ਤੁਰ ਕਾਰਜੋ ਗੁਰ ਅਰ ਪਾਵੇ। ਜੇ ਇਸ ਤਰ੍ਹਾਂ ਗੁਰੂ ਹੋ ਰਿਹਾ
ਤਾਂ ਜਿਹੜੀ ਗੁਰੂ ਘਰ ਨੂੰ ਭੇਟਾ ਚੜ੍ਹਦੀ ਹੈ ਸੋ ਸਭ ਸੰਚਹਿ ਕਰਹਿ ਮਸੰਦ। ਤੇ ਉਹ ਸਾਰੀ ਮਾਇਆ ਮਸੰਦਾਂ ਦੇ ਰਾਹੀਂ ਇਕੱਠੀ ਹੁੰਦੀ ਹੈ। ਮਸੰਦ ਹੀ ਲਿਆਉਂਦੇ ਨੇ, ਮਸੰਦਾਂ ਦੇ ਹੱਥ 'ਚ ਹੀ ਆਉਂਦੀ ਹੈ ਸਾਰੀ ਮਾਇਆ, ਭਾਵੇਂ ਲੱਖਾਂ ਆਉਂਦੀ ਭਾਵੇਂ ਕਰੋੜਾਂ ਆਉਂਦੀ ਹੈ, ਆਉਂਦੀ ਮਸੰਦਾਂ ਦੇ ਹੱਥ ਵਿੱਚ ਹੈ। ਦੇਸ਼ ਵਿਦੇਸ਼ਨ ਦੂਰ ਬਿਲੰਦ। ਦੇਸ਼ਾਂ ਵਿਦੇਸ਼ਾਂ ਵਿੱਚ ਮਸੰਦ ਜਾਂਦੇ ਨੇ, ਕੋਈ ਬੰਗਲਾਦੇਸ਼ ਜਾਂਦਾ ਹੈ, ਕੋਈ ਬਿਹਾਰ, ਕੋਈ ਪਟਨਾ, ਤੇ ਕੋਈ ਕਾਬਲ ਵੱਲ ਜਾਂਦਾ ਹੈ, ਕੋਈ ਕਸ਼ਮੀਰ ਵੱਲ ਜਾਂਦਾ ਹੈ, ਕੋਈ ਮਾਝੇ ਮਾਲਵੇ ਦੁਆਬੇ ਪਿੰਡਾਂ 'ਚ ਫਿਰ ਕੇ ਸ਼ਹਿਰਾਂ 'ਚੋਂ ਮਾਇਆ ਇਕੱਠੀ ਕਰਕੇ ਲਿਆਉਂਦੇ ਨੇ। ਆਪਣੋ ਖਾਨ ਪਾਨ ਭੀ ਕਰੈ। ਤੇ ਆਪਣਾ ਖਾਣ ਪਾਣ ਵੀ ਕਰਦੇ ਨੇ ਮਸੰਦ, ਕਿਉਂਕਿ ਜਿਨ੍ਹਾਂ ਨੇ ਕੰਮ ਕਰਨਾ ਰੋਟੀ ਤੇ ਗੁਰੂ ਘਰ ਤੋਂ ਹੀ ਖਾਣੀ ਹੈ। ਉਸੇ ਮਾਇਆ ਵਿੱਚੋਂ ਅਸੀਂ ਆਪਣਾ ਗੁਜ਼ਾਰਾ ਕਰਦੇ ਹਾਂ। ਜੇ ਤੇ ਗੁਜ਼ਾਰਾ ਕਰਦੇ ਹੁੰਦੇ ਫਿਰ ਤਾਂ ਮਹਾਰਾਜ ਛੇੜ ਕਹਿੰਦੇ ਹੀ ਨਾ। ਇਹ ਕਰਦੇ ਕੀ ਸੀ ਵੀ ਮਹਾਰਾਜ ਦੇ ਘਰ ਤਾਂ 15-20% ਦੇਣਾ, ਬਾਕੀ 80-90 ਆਪ ਹੀ ਖਾ ਜਾਣਾ। ਤੇ ਗੁਰੂ ਘਰ ਦੀ ਇਹ ਮਾਇਆ ਖਾਣ ਕਰਕੇ ਮਸੰਦਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਸੀ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਾਓ ਇਸ ਤਰ੍ਹਾਂ ਨਾ ਕਰਨ, ਆਪਣੋ ਖਾਣ ਪਾਣ ਵੀ ਕਰੇ। ਅਸੀਂ ਆਪਣਾ ਖਾਣ ਪਾਣ ਵੀ ਕਰਦੇ ਹਾਂ। ਅਪਰ ਲਿਆਏ ਤੁਮ ਆਗਿਆ ਧਰੈ। ਤੇ ਹੋਰ ਲਿਆ ਕੇ ਤੁਹਾਡੇ ਅੱਗੇ ਮਾਤਾ ਜੀ ਖਜ਼ਾਨਾ ਰੱਖ ਦਿੰਨੇ ਆ। ਇਹ ਕਦੀਮ ਗੁਰ ਘਰ ਕੀ ਰੀਤ। ਇਹ ਗੁਰੂ ਘਰ ਦੀ ਮੁੱਢਲੀ ਰੀਤ ਹੈ। ਇਹ ਗੁਰੂ ਘਰ ਦੀ ਮਰਜ਼ਾਦਾ ਅੱਜ ਦੀ ਨਹੀਂ ਚੱਲੀ ਹੋਈ, ਇਹ ਬੜੀ ਪੁਰਾਤਨ ਮਰਜ਼ਾਦਾ ਚੱਲੀ ਹੋਈ ਹੈ। ਕਰਹੁ ਆਪ ਵੀ ਇਸ ਮੋਹ ਪ੍ਰੀਤ। ਤੁਸੀਂ ਵੀ ਮਾਤਾ ਜੀ ਇਹਦੇ ਵਿੱਚ ਪ੍ਰੀਤ ਕਰੋ, ਭਾਵ ਇਸ ਗੱਲ ਵਿੱਚ ਧਿਆਨ ਦਿਓ। ਮਸੰਦਾਂ ਦਾ ਸਤਿਕਾਰ, ਮਸੰਦਾਂ ਦੀ ਮਰਜ਼ਾਦਾ ਕਾਇਮ ਰੱਖੋ। ਸ੍ਰੀ ਗੁਰ ਭਨਿਓ ਸੰਗਤਾਂ ਮੇਰੀ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਸੰਗਤਾਂ ਜਿਹੜੀਆਂ ਸਾਡੀਆਂ ਹਨ, ਕੀਨ ਮਸੰਦਨ ਦੁਖੀ ਕਨੇਰੀ। ਕਿ ਸਾਡੀ ਸੰਗਤ ਨੂੰ ਮਸੰਦ ਦੁਖੀ ਕਰਦੇ ਨੇ। ਇਹ ਗਤ ਮੋਹ ਤੇ ਸਹਿਓ ਨਾ ਜਾਏ। ਇਹ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਵੀ ਮਸੰਦ ਮੇਰੀ ਸੰਗਤਾਂ ਨੂੰ ਤੰਗ ਕਰਦੇ ਨੇ। ਨਿਸਬਾ ਸੁਰ ਸਿੱਖ ਗੁਰੂ ਧਿਆਏ। ਤੇ ਦਿਨ ਰਾਤ ਸਿੱਖ ਗੁਰੂ ਨੂੰ ਧਿਆਉਂਦੇ ਨੇ, ਗੁਰੂ ਨੂੰ ਜਪਦੇ ਨੇ। ਗੁਰੂ ਜਪਣ ਵਾਲੇ ਸਿੱਖਾਂ ਨੂੰ ਇਹ ਮਸੰਦ ਦੁੱਖ ਦਿੰਦੇ ਨੇ। ਇਸ ਪ੍ਰਕਾਰ ਮਾਤਾ ਬਹੁ ਬਾਰੀ। ਇਸ ਤਰ੍ਹਾਂ ਦੀਆਂ ਗੱਲਾਂ ਮਾਤਾ ਦੇ ਕੋਲ ਜਾ ਕੇ ਮਸੰਦ ਕਰਦੇ ਨੇ। ਹੇਤ ਮਸੰਦਨ ਕਰਹਿ ਉਚਾਰੀ। ਤੇ ਮਾਤਾ ਮਸੰਦਾਂ ਦੇ ਪੱਖ ਵਿੱਚ ਗੁਰੂ ਸਾਹਿਬ ਨੂੰ ਕਹਿੰਦੀ ਰਹਿੰਦੀ ਹੈ ਵੀ ਤੁਸੀਂ ਨਾ ਮਸੰਦਾਂ ਦੇ ਨਾਲ ਨਾ ਵਿਗਾੜੋ। ਕੇਤਕ ਸਮਾਂ ਬਿਤਾਵਨ ਕੀਨਾ। ਇਸ ਤਰ੍ਹਾਂ ਇਹ ਗੱਲਾਂ ਘਰ ਵਿੱਚ ਚੱਲਦੀਆਂ ਰਹੀਆਂ। ਲਗਭਗ 2-4 ਮਹੀਨੇ ਇਸੇ ਤਰ੍ਹਾਂ ਦੀ ਚਰਚਾ ਚੱਲਦੀ ਰਹੀ। ਕਦੀ ਮਸੰਦਾਂ ਨੂੰ ਮਹਾਰਾਜ ਬੁਲਾ ਕੇ ਬਿਠਾ ਕੇ ਸਮਝਾਉਂਦੇ ਹਨ। ਮਸੰਦ ਫਿਰ ਉਹੋ ਜਿਹੇ ਆਨੇ ਬਹਾਨੇ ਕਰਦੇ, ਕਿਉਂਕਿ ਮਸੰਦਾਂ ਦਾ ਮਨ ਬੇਈਮਾਨ ਹੈ। ਜਿੱਥੇ ਬੇਈਮਾਨੀ ਆ ਜਾਂਦੀ ਹੈ ਉੱਥੇ ਸਾਫ਼ ਗੋਈ ਨਹੀਂ ਰਹਿੰਦੀ, ਗੱਲ ਬੰਦਾ ਸਾਫ਼ ਕਰ ਨਹੀਂ ਸਕਦਾ। ਤੋ ਮਸੰਦ ਮਹਾਰਾਜ ਤੋਂ ਅੱਖ ਵੀ ਚੁਰਾਉਂਦੇ ਹਨ। ਤੇ ਮਾਤਾ ਗੁਜਰੀ ਜੀ ਨੂੰ ਜਾ ਕੇ ਜ਼ਰੂਰ ਕੰਨ ਭਰਦੇ ਵੀ ਕਿਤੇ ਗੁਰੂ ਸਾਹਿਬ ਸਾਡਾ ਪੱਕਾ ਹੀ ਪੱਤਾ ਨਾ ਕੱਟ ਦੇਣ, ਅੰਦਰੋਂ ਡਰਦੇ ਵੀ ਹਨ। ਤੇ ਮਾਤਾ ਉਹਨਾਂ ਦੇ ਪੱਖ ਵਿੱਚ ਬੋਲਦੀ ਹੈ ਤੇ ਮਹਾਰਾਜ ਸੰਗਤਾਂ ਨੂੰ ਮਾਤਾ ਨੂੰ ਦੱਸਦੇ ਨੇ ਕਿ ਮਾਤਾ ਜੀ ਇਹ ਸੰਗਤਾਂ ਨੂੰ ਤੰਗ ਕਰਦੇ ਨੇ। ਇਸ ਤਰ੍ਹਾਂ ਦੀ ਚਰਚਾ ਕਰਦਿਆਂ ਕਰਦਿਆਂ ਕਈ ਮਹੀਨੇ ਲੰਘ ਗਏ। ਆਵਹਿ ਸੰਗਤ ਨੀਤ ਨਵੀਨਾ। ਨਿਤ ਨਵੀਆਂ ਸੰਗਤਾਂ ਦੇ ਜਥੇ ਚੱਲ ਕੇ ਆਉਂਦੇ ਨੇ। ਤੇ ਚੇਤੋ ਲੇਥ ਅਕੋਰ। ਚੇਤੋ ਮਸੰਦ ਉਹਨਾਂ ਸੰਗਤਾਂ ਕੋਲੋਂ ਮਾਇਆ ਭੇਟਾਵਾਂ, ਸੋਨੇ ਦੇ ਭਾਂਡੇ, ਕੜੇ, ਸ਼ਸਤਰ, ਬਸਤਰ ਸਾਂਭਦਾ ਹੈ। ਸੋ ਸਿੱਖ ਆਇਓ ਦਰਸ਼ਨ ਲੋਰ। ਜਿਨ੍ਹਾਂ ਕੋਲੋਂ ਇਹ ਮਸੰਦ ਚੇਤੋ ਉਗਰਾਹੀ ਕਰਕੇ ਆਇਆ ਸੀ, ਉਹਨਾਂ ਵਿੱਚੋਂ ਇੱਕ ਜਥਾ ਸਾਧ ਸੰਗਤ ਜੀ ਇੱਥੇ ਸ੍ਰੀ ਅਨੰਦਪੁਰ ਸਾਹਿਬ ਦਰਸ਼ਨਾਂ ਦੇ ਲਈ ਆਇਆ ਹੈ। ਆਗੇ ਸੁੰਦਰ ਭੇਟ ਪਠਾਈ। ਉਹਨੇ ਪਹਿਲਾਂ ਕੋਈ 6 ਮਹੀਨੇ ਜਾਂ ਸਾਲ ਚੇਤੋ ਨੂੰ ਬੜੀ ਸੋਹਣੀ ਵਸਤੂ ਦੇ ਕੇ ਗੁਰੂ ਘਰ ਲਈ ਭੇਜਿਆ ਸੀ। ਸੋਹਣੀਆਂ ਭੇਟਾਵਾਂ ਭੇਜੀਆਂ ਸਨ। ਹੁਣ ਆਇਓ ਗੁਰ ਦੇਖਣ ਤਾਈ। ਤੇ ਫਿਰ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਇਆ ਹੈ। ਇੱਕ ਚੂੜਾ ਗੈਂਡੇ ਕੇ ਬਣਿਓ। ਸਾਧ ਸੰਗਤ ਜੀ, ਇੱਕ ਗੈਂਡੇ ਦੇ ਚੰਮ ਦਾ ਬਣਿਆ ਹੋਇਆ ਚੂੜਾ। ਗੈਂਡਾ ਇੱਕ ਜਾਨਵਰ ਹੁੰਦਾ ਹੈ, ਉਹਦੇ ਚੰਮ ਦੀਆਂ ਬੜੀਆਂ ਚੀਜ਼ਾਂ ਬਣਦੀਆਂ, ਢਾਲਾਂ ਵੀ ਬਣਦੀਆਂ ਨੇ, ਹੋਰ ਵੀ ਬੜਾ ਸਮਾਨ ਬਣਦਾ ਤੇ ਚੂੜਾ ਵੀ ਬਣਦਾ। ਗੈਂਡੇ ਦੇ ਚੰਮ ਦਾ ਬਣਿਆ ਹੋਇਆ ਇੱਕ ਚੂੜਾ, ਉਹ ਸਾਧ ਸੰਗਤ ਜੀ ਕਿਤੋਂ ਬਣਿਆ ਹੋਇਆ ਸੀ।
ਤੁਰਕ ਨਹੀਂ ਕੋ ਬਲ ਕਰ ਲਈ। ਕਹਿੰਦੇ ਉਹ ਗੈਂਡੇ ਦੇ ਚੰਮ ਦਾ ਬਣਿਆ ਹੋਇਆ ਚੂੜਾ ਕਿਤੇ ਤੁਰਕ ਖੋਹ ਨਾ ਲੈਣ ਬਲ ਕਰਕੇ। ਇਸ ਕਾਰਨ ਤੇ ਨਹੀਂ ਦਿਖੇਈ। ਕਹਿੰਦੇ ਇਸ ਕਰਕੇ ਇੱਥੇ ਸੀ ਥੋੜਾ ਰਹਿ ਗਿਆ ਪਾਠ। ਇੱਕ ਗੈਂਡਾ ਇੱਕ ਚੂਰਾ ਗੈਂਡੇ ਕੋ ਬਣਿਆ। ਪੜੋ। ਇੱਕ ਚੂਰਾ ਗੈਂਡੇ ਕੋ ਬਣਿਓ। ਇੱਕ ਚੂੜਾ ਗੈਂਡੇ ਦੇ ਚੰਮ ਦਾ ਬਣਿਆ ਹੋਇਆ। ਜਰਿਓ ਜੁਰਾਓ ਸੋ ਹੀਰਨ ਸਨਿਓ। ਜਿਹਦੇ ਵਿੱਚ ਬੜੇ ਸੋਹਣੇ ਜੜਾਊ ਜੜੇ ਹੋਏ ਸਨ, ਹੀਰੇ ਜੜੇ ਹੋਏ ਸਨ। ਬਹੁਤ ਮਹਿੰਗਾ ਚੂੜਾ ਸੀ। ਅਦਭੁਤ ਸੁੰਦਰ ਅਧਿਕ ਸੁਹਾਇਓ। ਉਹ ਬਹੁਤ ਅਤੀ ਸੁੰਦਰ ਸੀ, ਬਹੁਤ ਕੀਮਤੀ ਸੀ। ਰਾਜਿਆਂ ਮਹਾਰਾਜਿਆਂ ਦੇ ਪਾਉਣ ਵਾਲਾ ਚੂੜਾ ਸੀ। ਕਿਸ ਕਾਰਨ ਸਿੱਖ ਦੇ ਕਰ ਆਇਓ। ਉਹ ਸਿੱਖ ਨੂੰ ਕਿਤੋਂ ਮਿਲ ਗਿਆ, ਭਾਵੇਂ ਉਹ ਕਿਸੇ ਸਿੱਖ ਨੂੰ ਕਿਤੋਂ ਲੱਭ ਗਿਆ ਜਾਂ ਉਹਨੂੰ ਕਿਤੋਂ ਕਿਸੇ ਤਰੀਕੇ ਨਾਲ ਵੀ ਉਹ ਚੂੜਾ ਸਿੱਖ ਦੇ ਹੱਥ ਆ ਗਿਆ ਜਾਂ ਉਹਨੇ ਖਰੀਦ ਲਿਆ। ਵਸਤ ਅਮੋਲਕ ਮਹਾ ਜਰਾਊ। ਅਮੋਲਕ ਵਸਤੂ ਸੀ, ਬਹੁਤ ਦੁਰਲਭ ਚੀਜ਼ ਸੀ, ਮਹਿੰਗੀ ਚੀਜ਼ ਸੀ, ਲੱਖਾਂ ਰੁਪਇਆਂ ਦੀ ਚੀਜ਼ ਸੀ। ਨਿਰਧਨ ਸਿੱਖ ਲੈ ਕੀਨ ਦੁਰਾਊ। ਗਰੀਬ ਸਿੱਖ ਨੇ ਲਿਆ ਕੇ ਉਹਨੂੰ ਛੁਪਾ ਲਿਆ। ਕਿਤੋਂ ਮਿਲ ਗਿਆ ਉਸ ਨੂੰ। ਕਈ ਵਾਰੀ ਚੀਜ਼ ਲੱਭ ਜਾਂਦੀ ਹੈ, ਕੋਈ ਨਾ ਕੋਈ ਸਬੱਬ ਬਣ ਜਾਂਦਾ ਹੈ। ਕੋਈ ਵੀ ਸਬੱਬ ਬਣਿਆ। ਗਰੀਬ ਸਿੱਖ ਨੇ ਸੋਚਿਆ ਚੀਜ਼ ਮਹਿੰਗੀ ਹੈ, ਕਿਤੇ ਸਰਕਾਰ ਨੂੰ ਪਤਾ ਲੱਗ ਗਿਆ ਵੀ ਤੇਰੇ ਕੋਲ ਕਿੱਥੋਂ ਆਈ ਹੈ। ਗਰੀਬ ਆਦਮੀ ਨੂੰ ਪੁੱਛਗਿੱਛ ਜ਼ਿਆਦਾ ਹੁੰਦੀ ਹੈ, ਤੇ ਉਹਨੇ ਵਿਚਾਰੇ ਨੇ ਉਹਨੂੰ ਛੁਪਾ ਲਿਆ। ਤੁਰਕ ਨਹੀਂ ਕੋ ਬਲ ਕਰ ਲਈ। ਤੁਰਕਾਂ ਦਾ ਰਾਜ ਸੀਗਾ, ਕਿਤੇ ਤੁਰਕਾਂ ਨੂੰ ਪਤਾ ਲੱਗ ਗਿਆ ਜ਼ਬਰਦਸਤੀ ਮੇਰੇ ਤੋਂ ਖੋਹ ਕੇ ਨਾ ਲੈ ਜਾਣ। ਇਸ ਕਾਰਨ ਤੇ ਨਹੀਂ ਦਿਖੇਈ। ਉਹਨੇ ਕਿਸੇ ਸ਼ਾਹੂਕਾਰ ਨੂੰ, ਕਿਸੇ ਸੇਠ ਨੂੰ, ਕਿਸੇ ਸੁਨਿਆਰੇ ਨੂੰ, ਕਿਸੇ ਜੌਹਰੀ ਨੂੰ ਵਿਖਾਇਆ ਵੀ ਨਹੀਂ, ਡਰਦੇ ਮਾਰੇ ਵੀ ਜੇ ਮੈਂ ਵਿਖਾਣ ਜਾਵਾਂਗਾ ਦੁਕਾਨ ਤੇ ਮਹਿੰਗਾ ਚੂੜਾ ਤੇ ਉਹ ਕਹਿਣਗੇ ਵੀ ਤੂੰ ਕਿੱਥੋਂ ਲਿਆਇਆ। ਤੇ ਜਦੋਂ ਮੇਰੀ ਪੁੱਛ ਪੜਤਾਲ ਹੋਈ, ਮੈਂ ਸਾਬਤ ਨਾ ਕਰ ਸਕਿਆ ਵੀ ਮੈਨੂੰ ਕਿੱਥੋਂ ਮਿਲਿਆ, ਤਾਂ ਮੈਨੂੰ ਸਜ਼ਾ ਮਿਲੇਗੀ ਤੇ ਤੁਰਕ ਖੋਹ ਲੈਣਗੇ। ਦੁਰਿਓ ਦੁਰਿਓ ਵੇਚਨ ਕੋ ਚਾਹਿਓ। ਉਹ ਚੋਰੀ ਚੋਰੀ ਵੇਚਣਾ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਮੇਰਾ ਪਰਦਾ ਵੀ ਰਹਿ ਜੇ ਤੇ ਇਹ ਚੂੜਾ ਵੀ ਵਿਕ ਜਾਵੇ। ਵਿਕਿਓ ਨਾ ਕਿਤ ਨਹਿ ਧਨ ਕੋ ਲਹਿਓ। ਪਰ ਉਹ ਕਿਤੇ ਵਿਕਿਆ ਨਹੀਂ। ਬੜਾ ਯਤਨ ਕੀਤਾ ਵਿਚਾਰੇ ਨੇ, ਚੋਰੀ ਚੋਰੀ ਚੁੱਪ ਚਪੀਤੇ, ਪਰ ਕਿਤੋਂ ਗੱਲ ਬਣੀ ਨਹੀਂ, ਉਹਦਾ ਸੌਦਾ ਬਣਿਆ ਨਹੀਂ। ਚਿਰੰਕਾਲ ਕੋ ਘਰ ਮੈਂ ਧਰਿਓ। ਤੇ ਕਿੰਨੇ ਹੀ ਚਿਰਾਂ ਦਾ, ਕਈ ਸਾਲਾਂ ਦਾ ਕਹਿ ਲੋ ਵੀ ਸਿੱਖ ਨੇ ਉਹ ਚੂੜਾ ਆਪਣੇ ਘਰ 'ਚ ਰੱਖਿਆ ਹੋਇਆ ਸੀ ਲੁਕਾ ਕੇ। ਇੱਕ ਦਿਵਸ ਸਿੱਖ ਹਿਰਦਾ ਵਿਚਰਿਓ। ਤੇ ਇੱਕ ਦਿਨ ਉਹ ਸਿੱਖ ਨੇ ਮਨ 'ਚ ਸੋਚਿਆ ਇਹ ਗੁਰ ਘਰ ਕੇ ਲਾਇਕ ਹੈ ਵੀ ਵਿਕਦਾ ਤਾਂ ਹੈ ਨਹੀਂ ਇਹ, ਤੇ ਮੈਂ ਕਿਉਂ ਨਾ ਇਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੂੰ ਭੇਟਾ ਕਰ ਦਿਆਂ। ਸਿੱਖ ਦੇ ਮਨ ਵਿੱਚ ਸ਼ਰਧਾ ਜਾਗ ਵੀ ਖਿਆਲ ਆ ਗਿਆ ਵੀ ਇਹ ਮੈਨੂੰ ਮਿਲਿਆ ਤੇ ਮੈਂ ਇਹਨੂੰ ਆਪਣੇ ਘਰ ਦੇ ਵਿੱਚ ਰੱਖ ਛੱਡਾਂਗਾ, ਵਿਕਣਾ ਹੈ ਨਹੀਂ ਮੇਰੇ ਤੋਂ। ਤੇ ਪਿਆ ਪਿਆ ਕਿਤੇ ਗੁੰਮ ਗਿਆ, ਕੋਈ ਚੋਰੀ ਹੋ ਗਿਆ, ਜਾਂ ਕਿਤੇ ਸਰਕਾਰ ਨੂੰ ਪਤਾ ਲੱਗ ਗਿਆ, ਕੋਈ ਮੁਸੀਬਤ ਗਲ ਪੈ ਜਾਏਗੀ, ਤੇ ਇਹਨੂੰ ਆਪਾਂ ਕਿਤੇ ਦਈਏ, ਕਿੱਥੇ ਹੋਰ ਕਿਤੇ ਵਿਖਾਣ ਜੋਗਾ ਨਹੀਂ। ਆਪਣੇ ਸਤਿਗੁਰਾਂ ਨੂੰ ਤਾਂ ਦੇ ਸਕਦਾ। ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ, ਉਹਨਾਂ ਦੇ ਖਜ਼ਾਨੇ 'ਚ ਪਤਾ ਨਹੀਂ ਇੱਦਾਂ ਦੇ ਲੱਖਾਂ ਹੀ ਹੀਰੇ ਮੋਤੀ ਪਏ ਨੇ, ਉਹਨਾਂ ਦੇ ਖਜ਼ਾਨੇ 'ਚ ਮੈਂ ਭੇਟਾ ਕਰ ਦਿੰਦਾ ਹਾਂ। ਅਪਰ ਥਾਨ ਨ ਉਚਿਤਾ ਲਹਿ। ਹੋਰ ਕੋਈ ਥਾਂ ਯੋਗ ਨਹੀਂ ਹੈ ਦੇਣ ਵਾਲੀ। ਇਹ ਸਿੱਖ ਨੇ ਹੁਣ ਮਨ 'ਚ ਸੋਚ ਲਿਆ। ਕਈ ਸਾਲ ਉਹਨੇ ਵਿਚਾਰੇ ਨੇ ਆਪਣੇ ਘਰ ਰੱਖਿਆ, ਕਈ ਸਾਲ ਉਹ ਸੋਚਦਾ ਰਿਹਾ ਵੇਚਣ ਵਾਸਤੇ ਵੀ ਕਿਤੇ ਵਿਕ ਜਾਵੇ, ਪਰ ਵਿਕੇ ਪੜਦੇ ਨਾਲ, ਤਾਂ ਪੜਦਾ ਵੀ ਜ਼ਾਹਰ ਨਾ ਹੋਵੇ, ਇਸ ਕਰਕੇ ਉਹਨੇ ਬੜਾ ਛੁਪਾ ਵੀ ਰੱਖਿਆ। ਪਰ ਗੱਲ ਬਣੀ ਨਹੀਂ ਜਦੋਂ, ਫਿਰ ਉਹਨੇ ਸੋਚਿਆ ਗਰੀਬ ਸਿੱਖ ਨੇ ਵੀ ਇਹ ਜਿਹੜਾ ਚੂੜਾ ਹੈ ਨਾ, ਮੈਂ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਹੀ ਭੇਟਾ ਕਰ ਦੇਵਾਂ। ਤਬ ਮਸੰਦ ਚੇਤੋ ਤਹਿ ਗਇਓ। ਤਾਂ ਉਹ ਇੰਨੇ ਦਿਨਾਂ ਉਹਨਾਂ ਦਿਨਾਂ ਵਿੱਚ ਹੀ ਚੇਤੋ ਮਸੰਦ ਉਸ ਇਲਾਕੇ ਵਿੱਚ ਉਗਰਾਹੀ ਕਰਨ ਚਲਾ ਗਿਆ। ਉਗਰਾਹਤ ਗੁਰ ਕਾ ਰਸ ਪਇਓ। ਗੁਰੂ ਘਰ ਦੀ ਕਾਰ ਭੇਟਾ ਉਗਰਾ ਰਿਹਾ ਸੀ ਸਿੱਖਾਂ ਦੇ ਘਰਾਂ 'ਚ ਜਾ ਜਾ ਕੇ। ਸਿੱਖ ਨੇ ਗੁਰਮਸੰਦ ਕੋ ਜਾਨ। ਉਹ ਗੁਰੂ ਕੇ ਗਰੀਬ ਸਿੱਖ ਨੇ ਸੋਚਿਆ ਵੀ ਗੁਰੂ ਕਾ ਮਸੰਦ ਆਇਆ, ਚੇਤੋ ਆਇਆ, ਇਹ ਗੁਰੂ ਦੀ ਕਾਰ ਭੇਟਾ ਲੈਣ ਆਇਆ। ਤੇ ਗੁਰੂ ਨੂੰ ਸਾਰੇ ਸਿੱਖ ਆਪੋ ਆਪਣੀ ਭੇਟਾ ਦੇ ਕੇ ਭੇਜ ਵੀ ਰਹੇ ਨੇ ਘਰਾਂ 'ਚੋਂ,
ਤੇ ਮੈਂ ਵੀ ਆਪਣਾ ਉਹ ਚੂੜਾ ਇਹਦੇ ਹੱਥ ਭੇਜ ਦੇਣਾ। ਇਹ ਸੋਚ ਕੇ ਉਸਨੇ ਸੋ ਚੂਰਾ ਦੀਨਸ ਇਸ ਪਾਨ, ਉਹ ਗੈਂਡੇ ਦੇ ਚੰਮ ਦਾ ਬਣਿਆ ਕੀਮਤੀ ਚੂੜਾ ਇਸ ਚੇਤੋ ਮਸੰਦ ਨੂੰ ਦੇ ਦਿੱਤਾ। ਕਹਿਓ ਕਿ ਗੁਰ ਕੀ ਮਾਤਾ ਹਾਥ, ਹਾਂ, ਇਹ ਬੇਨਤੀ ਵੀ ਕਰਤੀ ਚੇਤੋ ਨੂੰ ਵੀ ਇਹ ਜਿਹੜਾ ਚੂੜਾ ਹੈ ਨਾ, ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਮਾਤਾ ਜੀਤੋ ਜੀ ਜਾਂ ਮਾਤਾ ਸੁੰਦਰੀ ਜੀ ਪਹਿਨ ਲੈਣਗੇ, ਕਿਉਂਕਿ ਉਹ ਜਨਾਨਾ ਚੂੜਾ ਸੀਗਾ, ਬੀਬੀਆਂ ਦੇ ਪਾਉਣ ਵਾਲਾ ਹੈ ਸੀ। ਕਿਸੇ ਰਾਣੀ ਮਹਾਰਾਣੀ ਦਾ ਪਤਾ ਨਹੀਂ ਕਿੱਥੋਂ ਕਿਸੇ ਤਰੀਕੇ ਨਾਲ ਸਿੱਖ ਦੇ ਹੱਥ ਲੱਗ ਗਿਆ, ਤੇ ਉਹ ਹੁਣ ਕਹਿੰਦਾ ਵੀ ਮੈਂ ਤਾਂ ਰੱਖ ਨਹੀਂ ਸਕਦਾ ਆਪਣੇ ਘਰ, ਤੇ ਉਹ ਸਤਿਗੁਰਾਂ ਦਾ ਬਾਦਸ਼ਾਹ ਦਾ ਘਰ ਹੈ। ਗੁਰੂ ਸਾਹਿਬ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਜਾ ਕੇ ਭੇਟਾ ਕਰ ਦਿਆ ਜੇ, ਉਹ ਜਿਹਨੂੰ ਦੇਣ ਆਪਣੀ ਨੂੰਹ ਨੂੰ ਦੇ ਦੇਣ, ਆਪਣੇ ਖਜ਼ਾਨੇ 'ਚ ਰੱਖ ਲੈਣ, ਉਹ ਉਹਨਾਂ ਦੀ ਮਰਜ਼ੀ ਹੈ। ਹਾਂਜੀ, ਤਿਨ ਹਿਤ ਦੀਨ ਪ੍ਰੇਮ ਕੇ ਸਾਥ, ਸੋ ਗੁਰੂ ਮਾਤਾਵਾਂ ਦੇ ਵਾਸਤੇ ਉਸ ਪ੍ਰੇਮੀ ਸਿੱਖ ਨੇ ਚੇਤੋ ਮਸੰਦ ਨੂੰ ਉਹ ਚੂੜਾ ਸੌਂਪ ਦਿੱਤਾ, ਮਮ ਦਿਸ਼ ਤੇ ਬੰਧਨ ਕਰਨੀ ਕੇ, ਤੇ ਨਾਲੇ ਬੇਨਤੀ ਕੀਤੀ ਵੀ ਮੇਰੇ ਵੱਲੋਂ ਮਾਤਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਜੇ, ਅਰਪੋ ਸ੍ਰੀ ਗੁਰ ਚਰਨ ਨਜੀਕੇ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਤੇ ਇਹ ਚੂੜਾ ਕਲਗੀਧਰ ਪਾਤਸ਼ਾਹ ਨੂੰ ਸੌਂਪ ਦਿਆ ਜੇ। ਅਪਰਕਾਰ ਧਨ ਗਨ ਕੋ ਲੈ ਕੇ, ਹੋਰ ਗੁਰੂ ਘਰ ਦੀ ਜਿਹੜੀ ਕਾਰ ਭੇਟਾ ਸੀ ਉਸ ਇਲਾਕੇ ਦੀ ਮਾਇਆ ਸੀ, ਹਰ ਚੂਰਾ ਲੀਨਸ ਹਰ ਖੈ ਕੇ, ਤੇ ਉਹ ਕੀਮਤੀ ਹਜ਼ਾਰਾਂ ਲੱਖਾਂ ਦਾ ਬਣਿਆ ਮਹਿੰਗਾ ਚੂੜਾ ਵੀ ਲੈ ਕੇ ਹਰ ਚੂਰਾ ਲੀਨਸ ਹਰ ਖੈ ਕੇ, ਖੁਸ਼ੀ ਦੇ ਨਾਲ ਚੂੜਾ ਵੀ ਲਿਆ ਤੇ ਉਹ ਸੰਗਤ ਤੋਂ ਭੇਟਾ ਵੀ ਚੇਤੋ ਨੇ ਇਕੱਠੀ ਕਰ ਲਈ, ਆਨ ਆਨੰਦਪੁਰ ਵਿਖੇ ਪ੍ਰਵੇਸ਼ਾ, ਔਰ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਚੇਤੋ ਮਸੰਦ, ਨਿਜ ਘਰ ਮਹਿ ਬਸ ਨਿਸਾ ਅਸੇਸ਼ਾ, ਆ ਕੇ ਆਪਣੇ ਘਰ ਰਾਤ ਰਿਹਾ ਹੈ ਚੇਤੋ। ਨਿਜ ਇਸਤਰੀ ਕੋ ਤਬ ਦਿਖਾਇਓ, ਆਪਣੀ ਘਰਵਾਲੀ ਨੂੰ ਸਭ ਤੋਂ ਪਹਿਲਾਂ ਮਾਲ ਦਿਖਾਉਂਦਾ ਹੁੰਦਾ ਸੀ, ਲਿਆ ਕੇ ਆਹ ਲੈ ਕੇ ਆਇਆ, ਆਹ ਲੈ ਕੇ ਆਇਆ, ਆਹ ਲੈ ਕੇ ਆਇਆ। ਜਦੋਂ ਆਪਣੀ ਘਰਵਾਲੀ ਨੂੰ ਦਿਖਾਇਆ, ਦੇਖਤ ਹੀ ਤੈ ਚਿਤ ਬਿਰਮਾਇਓ, ਵੇਖਦਿਆਂ ਸਾਰ ਉਹਦਾ ਮਨ ਬੇਈਮਾਨ ਹੋ ਗਿਆ। ਘਰਵਾਲੀ ਤੇ ਉਸੇ ਵੇਲੇ ਚੂੜਾ ਚੁੱਕ ਕੇ ਕਹਿਣ ਲੱਗੀ ਤੇ ਮੈਂ ਹੀ ਰੱਖਾਂਗੀ, ਇਹ ਚੂੜਾ ਮੁਝ ਕੋ ਪਤ ਦੀਜੈ, ਇਹ ਪਤੀ ਦੇਵ ਇਹ ਚੂੜਾ ਮੈਨੂੰ ਦਿਓ, ਇਹ ਚੂੜਾ ਮੈਂ ਨਹੀਂ ਕਿਸੇ ਕੋਲ ਜਾਣ ਦੇਣਾ, ਮਹਾ ਅਮੋਲਕ ਰੁਚਿਰ ਲਖੀਜੈ, ਬੜਾ ਮਹਿੰਗਾ ਹੈ, ਅਣਮੁੱਲਾ ਹੈ, ਬੜਾ ਸੋਹਣਾ ਹੈ। ਇਹ ਕੇ ਕਹੇ ਗਈ ਮਤ ਮਾਰੀ, ਆਹ ਮਤ ਮਾਰੀ ਗਈ, ਬੁੱਧੀ ਤੇ ਪੜਦਾ ਪੈ ਗਿਆ ਘਰਵਾਲੀ ਦੇ ਕਹੇ ਨਾਲ, ਉਹਦੇ ਮੋਹ ਵਿੱਚ ਪੈ ਕੇ ਇਹ ਬੇਈਮਾਨ ਹੋ ਗਿਆ ਚੇਤੋ ਮਸੰਦ, ਪਹਿਰਾਇਸ ਤੈ ਹਾਥ ਮਝਾਰੀ, ਤੇ ਇਹਨੇ ਉਹ ਚੂੜਾ ਜਿਹੜਾ ਗੁਰੂ ਘਰ ਦੀ ਅਮਾਨਤ ਸਿੱਖ ਨੇ ਭੇਜੀ ਸੀ ਆਪਣੀ ਘਰਵਾਲੀ ਦੇ ਹੱਥ ਪਵਾ ਦਿੱਤਾ, ਕੁਛ ਤਨ ਲੈ ਨਿਜ ਘਰ ਮੈਂ ਰਾਖਾ, ਤੇ ਕੁਝ ਮਾਇਆ ਵੀ ਗੁਰੂ ਘਰ ਦੀ ਜਿਹੜੀ ਸੀ ਚੋਰੀ ਕਰਕੇ ਆਪਣੇ ਘਰ 'ਚ ਰੱਖ ਲਈ। ਅੱਗੇ ਵੀ ਰੱਖਦਾ ਹੀ ਸੀਗਾ, ਕਿਉਂਕਿ 7ਵੇਂ ਪਾਤਸ਼ਾਹ ਦੇ ਸਮੇਂ ਤੋਂ ਇਹ ਮਸੰਦ ਇੱਦਾਂ ਲੱਗ ਪਏ ਸਨ ਕਰਨ, ਆਪ ਉਦਰੀਆਂ ਕਰਨ ਲੱਗ ਪਏ। ਜਦੋਂ ਵੇਖੋ ਜਿੰਨੀ ਮਾਇਆ ਆਉਣੀ ਸੰਗਤ ਦੀ, ਕੁਝ 2-4% ਗੁਰੂ ਘਰ ਦੇ ਖਜ਼ਾਨੇ 'ਚ ਪਾਣੀ, ਬਾਕੀ ਆਪ ਹੀ ਹੜੱਪ ਕਰ ਜਾਂਦੇ ਸਨ। ਅੱਜ ਵੀ ਜਿੰਨੀ ਭੇਟਾ ਲੈ ਕੇ ਆਇਆ ਚੇਤੋ, ਉਹਦੇ ਅੱਧੀ ਪਚੱਧੀ ਘਰ ਰੱਖ ਲਈ ਤੇ ਥੋੜੀ ਜੀ ਮਹਾਰਾਜ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੀ। ਹੋਤ ਪ੍ਰਾਤ ਗੁਰ ਦਰਸ਼ ਪਿਲਾ, ਹਾਂ, ਗੁਰੂ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਨਾਲ ਤੁਰ ਪਿਆ, ਦੀਨਸਕਾਰ ਖਜ਼ਾਨੇ ਪਾਏ, ਔਰ ਜਾ ਕੇ ਗੁਰੂ ਘਰ ਦੇ ਖਜ਼ਾਨੇ ਵਿੱਚ ਇਹਨੇ ਮਾਇਆ ਜਿਹੜੀ ਸੀ ਉਹ ਜਮ੍ਹਾਂ ਕਰਾ ਦਿੱਤੀ। ਰਹਿਓ ਸਮੀਪ ਬੌਰ ਤਿਸ ਭਾਏ, ਤੇ ਉਸੇ ਤਰ੍ਹਾਂ ਗੁਰੂ ਮਹਾਰਾਜ ਦੇ ਕੋਲ ਰਹਿਣ ਲੱਗ ਪਿਆ ਆਨੰਦਪੁਰ ਸਾਹਿਬ। ਜਿਸ ਸਿੱਖ ਨੇ ਚੂੜਾ ਕਰ ਦੀਨ, ਤੇ ਜਿਹੜੇ ਸਿੱਖ ਨੇ ਚੇਤੋ ਮਸੰਦ ਨੂੰ ਚੂੜਾ ਦਿੱਤਾ ਸੀ, ਸੋ ਆਇਓ ਦਰਸ਼ਨ ਇਚਕੀਨ, 6 ਮਹੀਨਿਆਂ ਪਿੱਛੋਂ ਉਹ ਵੀ ਮਹਾਰਾਜ ਦੀ ਨਗਰੀ ਆਨੰਦਪੁਰ ਸਾਹਿਬ ਦਰਸ਼ਨਾਂ ਨੂੰ ਆ ਗਿਆ। ਪ੍ਰਥਮ ਮਿਲਿਓ ਚੇਤੋ ਕੇ ਸਾਥ, ਪਹਿਲਾਂ ਆ ਕੇ ਚੇਤੋ ਨੂੰ ਹੀ ਮਿਲਿਆ, ਕਿਉਂ ਜਾਣ ਪਛਾਣ ਚੇਤੋ ਨਾਲ ਸੀ ਉਹਦੀ, ਚੇਤੋ ਨੂੰ ਮਿਲਿਆ। ਬੂਜਨ ਕੀਨ ਭੇਟ ਕੀ ਗਾਥ, ਤੇ ਉਹਨੇ ਚੇਤੋ ਨੂੰ ਪੁੱਛ ਵੀ ਲਿਆ ਵੀ ਬਾਬਾ ਜੀ ਉਹ ਜਿਹੜਾ ਮੈਂ ਚੂੜਾ ਭੇਜਿਆ ਸੀ ਉਹ ਸਤਿਗੁਰਾਂ ਨੂੰ ਭੇਟਾ ਕਰ ਦਿੱਤਾ ਤੁਸੀਂ?
ਉਹਨੇ ਇਸ ਤਰ੍ਹਾਂ ਜਦੋਂ ਪੁੱਛਿਆ, ਗੁਰ ਢਿਗ ਕਰੀ ਕਿ ਨਹੀਂ ਪੁਚਾਵਨ। ਮੇਰੀ ਭੇਟਾ ਗੁਰੂ ਸਾਹਿਬ ਕੋਲ ਪਹੁੰਚਾਈ ਹੈ ਕਿ ਨਹੀਂ ਪਹੁੰਚਾਈ। ਮੈਂ ਜੋ ਦਇਓ ਧਾਰ ਮਨ ਭਾਵਨ। ਮੈਂ ਭਾਵਨਾ ਦੇ ਨਾਲ ਜੋ ਚੂੜਾ ਭੇਟਾ ਕੀਤਾ ਸੀ ਉਹ ਸਤਿਗੁਰਾਂ ਨੂੰ, ਮਾਤਾ ਗੁਜਰੀ ਜੀ ਨੂੰ ਜਾਂ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਨੂੰ ਪਹੁੰਚਾਇਆ ਕਿ ਨਹੀਂ ਪਹੁੰਚਾਇਆ। ਸੁਨ ਚੇਤੋ ਕਹਿਓ ਤੈਂ ਜੋ ਦੀਨ। ਕਹਿਣ ਲੱਗਾ, ਜੋ ਤੂੰ ਮੈਨੂੰ ਚੂੜਾ ਦਿੱਤਾ ਸੀ ਸੋ ਮੈਂ ਗੁਰ ਅਰ ਪਬੋ ਕੀਨ। ਉਹ ਮੈਂ ਗੁਰੂ ਸਾਹਿਬ ਨੂੰ ਭੇਟਾ ਕਰ ਦਿੱਤਾ ਸੀ। ਜਿਹੜਾ ਤੂੰ ਚੂੜਾ ਮੈਨੂੰ ਦਿੱਤਾ ਸੀ ਉਹ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਬਹੁਤ ਖੁਸ਼ੀ ਗੁਰ ਕੀ ਤਬ ਹੋਈ। ਤੇ ਗੁਰੂ ਮਹਾਰਾਜ ਤੇਰਾ ਚੂੜਾ ਵੇਖ ਕੇ ਬੜੇ ਖੁਸ਼ ਹੋਏ ਸੀ। ਮਹਾਰਾਜ ਨੇ ਤੇਰੀ ਭੇਟਾ ਪ੍ਰਵਾਨ ਕਰ ਲਈ ਸੀ। ਮਹਾਰਾਜ ਕਹਿੰਦੇ ਸਿੱਖ ਬੜਾ ਨਿਹਾਲ ਹੋਵੇਗਾ, ਤੈਨੂੰ ਮਹਾਰਾਜ ਨੇ ਬੜੇ ਵਰ ਦਿੱਤੇ ਨੇ। ਸੁਖ ਭੋਗੋ ਨਹਿ ਸੰਸੈ ਕੋਈ। ਸੁਖ ਭੋਗੇਗਾ, ਤੈਨੂੰ ਕੋਈ ਤਕਲੀਫ ਨਹੀਂ ਹੋਵੇਗੀ, ਤੂੰ ਆਨੰਦ ਚ ਰਹੇਗਾ। ਲੋਕ ਪਰਲੋਕ ਗੁਰੂ ਤੇਰਾ ਰਾਖਾ ਹੋਵੇਗਾ, ਇਹਦੇ 'ਚ ਕੋਈ ਸੰਸਾ ਨਹੀਂ ਹੈ, ਤੂੰ ਹੁਣ ਫਿਕਰ ਨਾ ਕਰ। ਪੂਰ ਕਹਿਓ ਮੂਰਖ ਨੇ ਜਬੈ। ਇਹ ਚੇਤੋ ਨੇ ਝੂਠ ਬੋਲਿਆ। ਜਦੋਂ ਮੂਰਖ ਨੇ ਝੂਠ ਬੋਲਿਆ ਹੈ ਚਿੰਤਾ ਵਿਆਪੀ ਚਿਤ ਅਤ ਤਬੈ। ਤਾਂ ਸਾਧ ਸੰਗਤ ਜੀ ਅੰਦਰੋਂ ਉਹਦੇ ਮਨ ਵਿੱਚ ਚਿੰਤਾ ਹੋ ਗਈ, ਕਿਉਂਕਿ ਜਦੋਂ ਬੰਦਾ ਕੋਈ ਅੰਦਰੋਂ ਪਾਪੀ ਹੁੰਦਾ ਉਹਦੀ ਚਿੰਤਾ ਤਾਂ ਹੁੰਦੀ ਹੈ। ਅੰਦਰੋਂ ਫਿਰ ਉਦੋਂ ਆਪਣੇ ਪਾਪ ਸਤਾਉਣ ਲੱਗ ਪਏ। ਅਸ ਚੂੜਾ ਬਹੁ ਮੋਲਾ ਸੁੰਦਰ। ਇਸ ਤਰ੍ਹਾਂ ਦਾ ਬਹੁ ਮੁੱਲਾ ਕੀਮਤੀ ਚੂੜਾ ਅਪਰ ਨਹੀਂ ਸਿੱਖੀ ਕੇ ਅੰਦਰ। ਆ ਕਹਿੰਦੇ ਸਿੱਖ ਪੰਥ ਵਿੱਚ ਹੋਰ ਕਿਸੇ ਕੋਲ ਇਸ ਤਰ੍ਹਾਂ ਦਾ ਹੋਣਾ ਹੀ ਨਹੀਂ ਜਿੰਨਾ ਇਹ ਕੀਮਤੀ ਚੂੜਾ ਹੈ। ਸਤਿਗੁਰ ਨਿਕਟ ਜਾਏ ਮਤ ਕਹੈ। ਕਹਿੰਦੇ ਕਿਤੇ ਹੋਰ ਐਸਾ ਨਾ ਹੋਵੇ ਵੀ ਇਹ ਸਿੱਖ ਮਹਾਰਾਜ ਨੂੰ ਨਾ ਜਾ ਕੇ ਦੱਸ ਦੇਵੇ ਕਿਤੇ, ਕਿਉਂਕਿ ਇਹੋ ਜਿਹਾ ਕੀਮਤੀ ਚੂੜਾ ਹੋਰ ਕਿਤੋਂ ਆਇਆ ਨਹੀਂ ਜਿਹੜਾ ਆਪਾਂ ਕਹਿ ਸਕੀਏ ਵੀ ਭੁਲੇਖਾ ਪਾ ਸਕੀਏ ਵੀ ਉਹ ਵੀ ਹੈ, ਉਹ ਵੀ ਹੈ, ਉਹ ਪਿਆ ਖਜ਼ਾਨੇ 'ਚ। ਕਹਿੰਦੇ ਇਹੋ ਜਿਹਾ ਇਹੀ ਹੈ, ਤੇ ਕਿਤੇ ਇਹ ਨਾ ਹੋਵੇ ਵੀ ਮੇਰਾ ਭੇਤ ਨਾ ਖੁੱਲ ਜਾਵੇ। ਤਉ ਮਮ ਭੇਤ ਸਕਲ ਜਨ ਲਹੈ। ਜੇ ਗੁਰੂ ਸਾਹਿਬ ਨੂੰ ਇਹਨੇ ਕਹਿ ਦਿੱਤਾ ਤਾਂ ਮੇਰੀ ਚੋਰੀ ਫੜੀ ਜਾਵੇਗੀ, ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਮੈਂ ਗੁਰੂ ਘਰ ਦਾ ਚੂੜਾ ਚੁਰਾ ਲਿਆ ਹੈ। ਜਾਂ ਤੇ ਯਤਨ ਕਰਹੂੰ ਅਬ ਐਸੇ। ਇਸ ਕਰਕੇ ਮੈਨੂੰ ਕੋਈ ਯਤਨ ਕਰਨਾ ਚਾਹੀਦਾ ਹੈ। ਇਹ ਸਿੱਖ ਗੁਰ ਢਿਗ ਜਾਏ ਨ ਜੈਸੇ। ਕਿ ਇਹ ਜਿਹੜਾ ਸਿੱਖ ਹੈ ਨਾ, ਇਹ ਗੁਰੂ ਸਾਹਿਬ ਦੇ ਕੋਲ ਨਾ ਜਾ ਸਕੇ, ਗੁਰੂ ਸਾਹਿਬ ਨਾਲ ਗੱਲ ਨਾ ਕਰ ਸਕੇ, ਕਿਤੇ ਗੁਰੂ ਸਾਹਿਬ ਨੂੰ ਦੱਸ ਨਾ ਦਵੇ। ਮਿਲਿਓ ਸੋ ਦਵਾਰ ਪਾਲ ਸੰਗ ਜਾਏ। ਤੋ ਚੇਤੋ ਮਸੰਦ ਨੇ ਜਾ ਕੇ ਜਿਹੜਾ ਗੁਰੂ ਘਰ ਦਾ ਦਵਾਰਪਾਲ ਸੀ ਨਾ, ਪਹਿਰੇਦਾਰ ਡਿਉਢੀ ਤੇ ਖੜਾ, ਉਹਨੂੰ ਜਾ ਕੇ ਕਹਿ ਦਿੱਤਾ। ਸੁਖ ਦਰਬ ਦੇ ਕਹਿਓ ਸੁਣਾਏ। ਉਹਨੂੰ ਕੁਝ ਮਾਇਆ ਦਾ ਲਾਲਚ ਦੇਤਾ, ਕਿਉਂਕਿ ਇੱਕ ਦੂਜੀ ਨੂੰ ਮਸੰਦ ਜਾਣਦੇ ਹੀ ਸਨ ਗੁਰੂ ਘਰ ਦੇ ਵਿੱਚ ਸਾਰੇ। ਤੇ ਉਸ ਨੂੰ ਕਹਿ ਛੱਡਿਆ ਵੀ ਆ ਤੂੰ ਮੇਰਾ ਥੋੜਾ ਜਿਹਾ ਗੱਫਾ ਉਹਨੂੰ ਦੇ ਕੇ ਨਾ 150 ਰੁਪਈਆ, ਤੇ ਉਹਨੂੰ ਕਹਿ ਛੱਡਿਆ ਵੀ ਆਹ ਖਿਆਲ ਰੱਖੀ, ਆਹ ਜਿਹੜਾ ਬੰਦਾ ਨਾ ਇਹਦੇ ਤੇ ਨਿਗਾਹ ਰੱਖੀ, ਜੇ ਗੁਰੂ ਸਾਹਿਬ ਕੋਲ ਮੱਥਾ ਟੇਕਣ ਲਈ ਜਾਣ ਦੀ ਕੋਸ਼ਿਸ਼ ਕਰੇ ਤਾਂ ਇਹਨੂੰ ਅੰਦਰ ਨਾ ਜਾਣ ਦਵੀਂ। ਇਹ ਸਿੱਖੀ ਅੰਤਰ ਪ੍ਰਵੇਸ਼ ਹੈ ਨਾਹੀ। ਇਹ ਸਿੱਖ ਅੰਦਰ ਨਹੀਂ ਵੜਨਾ ਚਾਹੀਦਾ ਗੁਰੂ ਸਾਹਿਬ ਦੇ ਦਰਬਾਰ ਵਿੱਚ। ਦੇਖ ਰੱਖੋ ਸਿਮਰੋ ਮਨ ਮਾਹੀ। ਇਹਦੀ ਖਿਆਲ ਰੱਖੀ, ਇਹਦਾ ਪੂਰੀ ਨਿਗਾਹ ਰੱਖੀ, ਤੇ ਇਹਦੇ ਨੂੰ ਜਦੋਂ ਵੀ ਆਵੇ ਕਿਸੇ ਤਰੀਕੇ ਨਾਲ ਟਰਕਾ ਦੇਵੀਂ, ਗੁਰੂ ਸਾਹਿਬ ਦੇ ਦਰਬਾਰ ਵਿੱਚ ਨਾ ਆਵੇ। ਇਹ ਸਤਿਗੁਰ ਕੋ ਜਾਏ ਅਕਾਵੈ। ਇਹ ਗੁਰੂ ਸਾਹਿਬ ਨੂੰ ਜਾ ਕੇ ਅਕਾਂਦਾ ਹੈ, ਅਸਲੀ ਗੱਲ ਨਹੀਂ ਦੱਸੀ ਉਹਨੂੰ ਵੀ ਕਿਉਂ ਨਹੀਂ ਜਾਣ ਦੇਣਾ। ਕਹਿਣਾ ਵੀ ਇਹ ਗੁਰੂ ਸਾਹਿਬ ਨੂੰ ਪਰੇਸ਼ਾਨ ਕਰਦਾ ਹੈ, ਅਕਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਗੁੱਸੇ 'ਚ ਕੋਈ ਸ਼ਰਾਪ ਨਾ ਦੇ ਦੇਣ, ਇਸ ਕਰਕੇ ਇਹਨੂੰ ਮਹਾਰਾਜ ਦੇ ਨੇੜੇ ਹੀ ਨਹੀਂ ਜਾਣ ਦੇਣਾ। ਮਤਹੀਨਾ ਮੰਗਨ ਚੱਲ ਆਵੇ। ਇਹ ਮਤਹੀਨਾ ਮੰਗਣ ਆਉਂਦਾ, ਗੁਰੂ ਸਾਹਿਬ ਕੋਲੋਂ ਮੰਗਦਾ ਤੇ ਮਹਾਰਾਜ ਪਰੇਸ਼ਾਨ ਹੁੰਦੇ ਆ, ਇਸ ਕਰਕੇ ਇਹਨੂੰ ਮਹਾਰਾਜ ਦੇ ਦਰਬਾਰ ਵਿੱਚ ਨਾ ਜਾਣ ਦਵੀਂ। ਅਗਿਆਨੀ ਜਾਣਤ ਕਛੁ ਨਾਹੀ। ਇਹ ਮੂਰਖ ਜਿਹਾ ਬੰਦਾ, ਅਗਿਆਨੀ ਜਿਹਾ ਬੰਦਾ, ਜਾਣਦਾ ਕੁਛ ਨਹੀਂ, ਐਵੇਂ ਬੋਲੀ ਜਾਂਦਾ ਤੇ ਸਤਿਗੁਰਾਂ ਦੇ ਕੰਨ ਖਾਏਗਾ। ਇਸ ਕਰਕੇ ਮਹਾਰਾਜ ਤੋਂ ਦੂਰ ਹੀ ਰੱਖੀ ਇਸ ਨੂੰ। ਨਾ ਚੁੱਪ ਰਹਿਤ ਗੁਰੂ ਕੇ ਪਾਹੀ। ਇਹ ਗੁਰੂ ਸਾਹਿਬ ਦੇ ਕੋਲ ਚੁੱਪ ਨਹੀਂ ਰਹਿ ਸਕਦਾ, ਬੋਲੀ ਜਾਂਦਾ। ਇਸ ਕਰਕੇ ਇਹਨੂੰ ਮਹਾਰਾਜ ਦੇ ਕੋਲ ਨਹੀਂ ਜਾਣਾ ਦੇਣਾ। ਨਾ ਕਿਸ ਕਾਲ ਪ੍ਰਵੇਸ਼ਾਂ ਦੀ ਕਿਸੇ ਸਮੇਂ ਵੀ, ਨਾ ਸਵੇਰੇ ਨਾ ਸ਼ਾਮੀ ਨਾ ਦੁਪਹਿਰੀ, ਇਹਨੂੰ ਮਹਾਰਾਜ ਦੇ ਨੇੜੇ ਨਹੀਂ ਜਾਣ ਦੇਣਾ। ਜਦੋਂ ਇਹ ਮਹਾਰਾਜ ਕੋਲ ਜਾਂਦਾ
ਇਹ ਜਾ ਕੇ ਉੱਥੇ ਆਪਣੀਆਂ ਹੀ ਗੱਲਾਂ ਛੇੜ ਲੈਂਦਾ, ਆਪਣੀਆਂ ਹੀ ਮੰਗਾਂ ਰੱਖ ਲੈਂਦਾ ਤੇ ਚੁੱਪ ਕਰਦਾ ਹੀ ਨਹੀਂ। ਇਸ ਕਰਕੇ ਮਹਾਰਾਜ ਨੂੰ ਅਕਾਏਗਾ, ਇਹਨੂੰ ਮਹਾਰਾਜ ਦੇ ਕੋਲ ਨਾ ਜਾਣ ਦੇਵੀਂ। ਦ੍ਰਿਸ਼ਟ ਵਿਖਾ ਇਸ ਕੋ ਰੱਖ ਲੀਜੈ। ਬਸ ਹੁਣ ਇਹ ਤੇ ਨਿਗਾਹ ਰੱਖਣੀ ਹੈ, ਇਹਦਾ ਖਿਆਲ ਰੱਖਣਾ ਹੈ। ਜਦੋਂ ਵੀ ਕਿਤੇ ਗੁਰੂ ਸਾਹਿਬ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੇ, ਇਹਨੂੰ ਬਾਹੋਂ ਫੜ ਕੇ ਪਰਾਂ ਕਰ ਦੇਵੀਂ, ਕਿਵੇਂ ਕਿਤੇ ਗੁਰੂ ਸਾਹਿਬ ਮਹਾਰਾਜ ਨੂੰ ਇਹ ਪਰੇਸ਼ਾਨ ਨਾ ਕਰੇ। ਇਸ ਪ੍ਰਕਾਰ ਬਹੁ ਕਰ ਤਕਰਾਈ। ਇਸ ਤਰ੍ਹਾਂ ਗੁਰੂ ਘਰ ਦੇ ਪਹਿਰੇਦਾਰਾਂ ਨੂੰ ਸਮਝਾ ਕੇ ਤਕੜਾਈ ਕਰਕੇ ਚੇਤੋ ਮਸੰਦ ਨੇ। ਚੇਤੋ ਚਿਤ ਮੇਟੀ ਦੁਚਤਾਈ। ਚਿੰਤਾ ਨੂੰ ਫਿਕਰ ਹੋ ਗਿਆ, ਚੇਤੋ ਬੇਫਿਕਰ ਹੋ ਕੇ ਵੀ ਮੈਨੂੰ ਹੁਣ ਕੋਈ ਡਰ ਨਹੀਂ। ਹੁਣ ਪਹਿਰੇਦਾਰਾਂ ਨੇ ਉਹਨੂੰ ਮਹਾਰਾਜ ਨੇ ਮਿਲ ਨਹੀਂ ਦੇਣਾ ਤੇ ਗੱਲ ਨਿਕਲੀ ਨਹੀਂ, ਸੋ ਸਾਰੇ ਆਪਣੀ ਗੱਲ ਤੇ ਪਰਦਾ ਪਾ ਲਿਆ। ਦੇਖ ਸਮੋ ਸਿੱਖ ਜਾਵਨ ਲਾਗਿਓ। ਮਹਾਰਾਜ ਦਾ ਉਹ ਪਿਆਰਾ ਸਿੱਖ ਜਿਹੜਾ ਵਿਦੇਸ਼ ਚੋਂ ਆਇਆ ਸੀਗਾ, ਉਹ ਸਮਾਂ ਪਾ ਕੇ ਜਦੋਂ ਦਰਬਾਰ ਵਿੱਚ ਜਾਣ ਲੱਗਾ, ਦਵਾਰਪਾਲ ਹਟਕਤ ਤਹ ਆਗਿਓ। ਤੇ ਪਹਿਰੇਦਾਰਾਂ ਨੇ ਰੋਕਤਾ ਅੱਗੋਂ, ਨਹੀਂ ਬਈ ਤੂੰ ਨਹੀਂ ਜਾ ਸਕਦਾ ਅੰਦਰ, ਖੜ ਜਾ ਇੱਥੇ। ਹਾਂਜੀ, ਚੇਤੋ ਸਾਥ ਮਿਲਿਓ ਬਚ ਮਾਨੇ। ਕਿਉਂਕਿ ਉਹ ਦਵਾਰਪਾਲ ਪਹਿਰੇਦਾਰ ਚੇਤੋ ਨਾਲ ਮਿਲੇ ਹੋਏ ਸਨ, ਉਹਨਾਂ ਨੇ ਚੇਤੋ ਦੀ ਗੱਲ ਮੰਨ ਲਈ। ਸਿੱਖ ਕੋ ਅੰਤਰ ਦੇ ਨਾ ਜਾਣੇ। ਉਹ ਗਰੀਬ ਸਿੱਖ ਨੂੰ ਮਹਾਰਾਜ ਦੇ ਦਰਸ਼ਨਾਂ ਲਈ ਅੰਦਰ ਦਰਬਾਰ 'ਚ ਜਾਣ ਨਹੀਂ ਦਿੰਦੇ। ਇੱਕ ਦੋ ਦਿਨ ਸਿੱਖ ਫਿਰ ਗਇਓ। ਇੱਕ ਦੋ ਦਿਨ ਸਿੱਖ ਵਿਚਾਰਾ ਦਰਸ਼ਨਾਂ ਲਈ ਆਉਂਦਾ ਰਿਹਾ ਤੇ ਜਿਹੜੇ ਪਹਿਰੇਦਾਰ ਸੀ ਉਹਦੀ ਪੇਸ਼ ਨਹੀਂ ਜਾਣ ਦਿੰਦੇ, ਉਹ ਮੁੜ ਚਲਾ ਜਾਂਦਾ ਸੀ। ਨਹੀਂ ਗੁਰੂ ਕੋ ਦਰਸ਼ਨ ਭਇਓ। ਮਹਾਰਾਜ ਦੇ ਦਰਸ਼ਨ ਉਸ ਸਿੱਖ ਨੂੰ ਨਹੀਂ ਹੋਏ। ਅਤ ਮੁਰਝਾਏ ਬਿਸੂਰਤ ਉਰਮੈ। ਤੇ ਮਨ ਵਿੱਚ ਬੜਾ ਝੂਰਨ ਲੱਗ ਪਿਆ, ਬਿਸੂਰਨ ਲੱਗ ਪਿਆ ਵੀ ਇੰਨੀ ਦੂਰੋਂ ਚੱਲ ਕੇ ਆਇਆ, ਮਹਾਰਾਜ ਦੇ ਦਰਸ਼ਨ ਵੀ ਨਹੀਂ ਹੋ ਰਹੇ। ਅਨੰਦਪੁਰ ਸਾਹਿਬ ਆ ਕੇ ਵੀ ਜੇ ਦਰਸ਼ਨ ਨਾ ਹੋਏ ਤਾਂ ਸਮਝੋ ਮੇਰੇ ਕਰਮ ਮਾੜੇ ਹਨ। ਦਰਸ਼ਨ ਹਿਤ ਮੈਂ ਆਨੰਦਪੁਰ ਮੈਂ ਦੂਰੋਂ ਚੱਲ ਕੇ ਆਇਆ ਅਨੰਦਪੁਰ ਸਾਹਿਬ, ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ। ਚੱਲ ਆਇਓ ਕਰ ਪ੍ਰੇਮ ਵਿਸਾਲਾ। ਔਰ ਬੜਾ ਪ੍ਰੇਮ, ਬੜੀ ਸ਼ਰਧਾ ਦੇ ਨਾਲ ਆਇਆ ਹਾਂ। ਉਹ ਕਾਰਨ ਭਾ ਮੁਝ ਕੋ ਟਾਲਾ। ਮੈਨੂੰ ਪਤਾ ਨਹੀਂ ਕਿਉਂ ਨਹੀਂ ਦਰਬਾਰ 'ਚ ਵੜਨ ਦਿੰਦੇ, ਕੀ ਕਾਰਨ ਹੈ ਵੀ ਮੈਨੂੰ ਟਾਲ ਦਿੰਦੇ ਨੇ, ਮੈਨੂੰ ਦਰਬਾਰ 'ਚ ਵੜਨ ਨਹੀਂ ਦਿੰਦੇ। ਅਪਰ ਸਿੱਖ ਗਨ ਦਰਸ਼ਨ ਪਾਵੇ। ਹੋਰ ਤਾਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ, ਹਜ਼ਾਰਾਂ ਸਿੱਖ ਆ ਰਹੇ ਨੇ, ਉਹ ਮਹਾਰਾਜ ਦੇ ਦਰਸ਼ਨ ਕਰਦੇ ਨੇ। ਮੇਰੇ ਤੋਂ ਪਤਾ ਨਹੀਂ ਕੀ ਭੁੱਲ ਹੋਈ ਹੈ ਕਿ ਮੈਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ 'ਚ ਜਾਣ ਨਹੀਂ ਦਿੱਤਾ ਜਾਂਦਾ। ਇੱਕ ਆਵੇ ਇੱਕ ਚੱਲ ਪੁਨ ਜਾਵੇ। ਇੱਕ ਆ ਰਹੇ ਨੇ, ਇੱਕ ਜਾ ਰਹੇ ਨੇ ਗੁਰੂ ਕੇ ਸਿੱਖ ਦਰਸ਼ਨ ਕਰ ਕਰਕੇ। ਗੁਰ ਸਰਬੱਗ ਅਵਗਿਆ ਮੇਰੀ। ਗੁਰੂ ਸਾਹਿਬ ਜਾਣੀ ਜਾਣਦੇ, ਉਹ ਜਾਣਦੇ ਨੇ ਵੀ ਕਿਸ ਸਿੱਖ ਤੋਂ ਕੀ ਭੁੱਲ ਹੋਈ ਹੈ। ਮੇਰੀ ਵੀ ਕੋਈ ਭੁੱਲ ਹੋਣੀ ਹੈ ਜਿਹਦੇ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ, ਉਹਨਾਂ ਦੇ ਦਰਸ਼ਨ ਮੈਨੂੰ ਨਸੀਬ ਨਹੀਂ ਹੋ ਰਹੇ। ਵਰਜਿਓ ਦਰਸ਼ਨ ਤੇ ਕੋ ਹੇਰੀ। ਕੋਈ ਮੇਰੀ ਭੁੱਲ ਗੁਰੂ ਸਾਹਿਬ ਨੇ ਵੇਖ ਲਈ ਹੈ, ਇਸੇ ਕਰਕੇ ਮੈਨੂੰ ਦਰਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਹੈ। ਹਿਰਦੈ ਵਿਚਾਰਤ ਆਰਤ ਹੋਵਤ। ਇਸ ਤਰ੍ਹਾਂ ਮਨ ਵਿੱਚ ਵਿਚਾਰਦੇ ਹੋਏ, ਮਨ ਵਿੱਚ ਸੋਚਦੇ ਹੋਏ ਉਹ ਸਿੱਖ ਦੁਖੀ ਹੁੰਦਾ ਹੈ। ਨਿਜ ਮੈਂ ਦੋਸ਼ ਨਹੀਂ ਕੋ ਜੋਵਤ। ਫਿਰ ਸੋਚਦਾ ਵੀ ਮੇਰੇ 'ਚ ਗਲਤੀ ਵੀ ਕੋਈ ਨਹੀਂ ਇਹੋ ਜਿਹੀ ਜਿਹੜੀ ਮੈਨੂੰ ਯਾਦ ਹੋਵੇ ਵੀ ਮੈਂ ਜਾਣ ਬੁੱਝ ਕੇ ਕੋਈ ਗਲਤੀ ਕੀਤੀ ਹੈ ਤੇ ਗੁਰੂ ਸਾਹਿਬ ਉਹਦੇ ਕਰਕੇ ਮੈਨੂੰ ਦਰਬਾਰ 'ਚ ਨਾ ਵੜਨ ਦੇਣ। ਮੈਨੂੰ ਤਾਂ ਪਤਾ ਨਹੀਂ ਮੇਰੇ ਤੋਂ ਭੁੱਲ ਕੀ ਹੋਈ ਹੈ। ਹਾਂਜੀ, ਜੈ ਬੈਠਿਓ ਤੈਂ ਬੈਠਿਓ ਰਹਿ। ਉਹ ਵਿਚਾਰਾ ਸਿੱਖ ਜਿੱਥੇ ਬੈਠਾ ਹੀ ਰਹਿੰਦਾ, ਸੋਚੀ ਜਾਂਦਾ ਹੈ। ਜਿਤ ਦੇਖਤ ਨਹਿ ਲਹਿ। ਜਿੱਧਰ ਵੇਖਦਾ ਉਧਰ ਵੇਖਦਾ ਹੀ ਰਹਿੰਦਾ ਹੈ ਵੀ ਕੀ ਬਣੇਗਾ, ਕਦੋਂ ਦਰਸ਼ਨ ਹੋਣਗੇ, ਸੋਚਾਂ 'ਚ ਪਿਆ ਹੈ। ਹੋਏ ਦਿਲਗੀਰ ਵਹਿਰ ਕੋ ਗਇਓ। ਸੋ ਉਹ ਸਿੱਖ ਵਿਚਾਰਾ ਦਲਗੀਰ ਹੋ ਕੇ, ਨਿਰਾਸ਼ ਜਿਹਾ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੀ 2-4 ਦਿਨ ਟਿਕਿਆ ਰਿਹਾ। ਇੱਕ ਦਿਨ ਬਾਹਰ ਘੁੰਮਣ ਚਲਾ ਗਿਆ। ਇੱਕ ਤਰੇ ਜਾਏ ਥਿਤ ਭਇਓ। ਤੇ ਇੱਕ ਦਰਖਤ ਦੇ ਥੱਲੇ ਜਾ ਕੇ ਨਾ 2-3 ਮੀਲ ਬਾਹਰ ਜੰਗਲ ਵਿੱਚ ਉੱਥੇ ਬੈਠ ਗਿਆ, ਉਦਾਸ ਜਿਹਾ ਹੋਇਆ ਵੀ ਮਹਾਰਾਜ 10ਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਹੋਏ, ਇੰਨੀ ਦੂਰੋਂ ਚੱਲ ਕੇ ਆਇਆ, ਬੜੀ ਸ਼ਰਧਾ ਨਾਲ ਆਇਆ, ਇੱਥੇ ਆ ਕੇ ਹੁਣ ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ। ਚਿਤਵਤ ਗੁਰਮੂਰਤ ਚਿਤ ਮਾਹੀ। ਤੇ ਮਨ ਵਿੱਚ ਗੁਰੂ ਦੇ ਸਰੂਪ ਨੂੰ ਚਿਤਵਦੇ,
ਧਿਆਨ ਕਰ ਰਿਹਾ ਕਲਗੀਧਰ ਪਾਤਸ਼ਾਹ ਜੀ ਦਾ, ਪ੍ਰਾਪਤ ਭਇਓ ਸ਼ਾਂਤ ਕੋ ਨਾਹੀ। ਪਰ ਮਨ ਬੇਚੈਨ ਹੈ, ਮਨ ਸ਼ਾਂਤ ਨਹੀਂ ਹੋ ਰਿਹਾ, ਮਨ ਨੂੰ ਸ਼ਾਂਤੀ ਨਹੀਂ ਮਿਲ ਰਹੀ। ਗਿਣਤੀ ਗਿਣਤਿਓ ਬਿਨਤੀ ਭਨੈ। ਮਹਾਰਾਜ ਨੂੰ ਬੇਨਤੀਆਂ ਕਰੀ ਜਾਂਦਾ ਸੱਚੇ ਪਾਤਸ਼ਾਹ, ਮੇਰੇ ਤੋਂ ਕੀ ਭੁੱਲ ਹੋ ਗਈ ਹੈ, ਮੇਰੇ ਤੋਂ ਕੀ ਗਲਤੀ ਹੋ ਗਈ ਹੈ ਜੋ ਮੈਂ ਆਪ ਜੀ ਦੀ ਨਗਰੀ 'ਚ ਆ ਕੇ ਵੀ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ। ਮਹਾਰਾਜ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੀਆਂ, ਹਜ਼ਾਰਾਂ ਸੰਗਤਾਂ ਆ ਰਹੀਆਂ, ਆਪ ਦੇ ਦਰਸ਼ਨ ਕਰ ਰਹੀਆਂ, ਤੇ ਮਹਾਰਾਜ ਮੈਂ ਆਪ ਦੇ ਦਰਸ਼ਨਾਂ ਤੋਂ ਵਾਂਝਾ ਆ। ਇਸ ਤਰ੍ਹਾਂ ਵਿਚਾਰਾ ਸਿੱਖ ਸੋਚਦਾ ਹੈ। ਹੇ ਪ੍ਰਭ ਆਪ ਕਿਰਪਾ ਕੇ ਸਨੈ। ਇਹ ਸੱਚੇ ਪਾਤਸ਼ਾਹ ਆਪ ਤੇ ਕਿਰਪਾ ਦੇ ਸਾਗਰ ਹੋ, ਆਪ ਤੇ ਮਿਹਰਾਂ ਦੇ ਸਾਈਂ ਹੋ, ਸਭ ਤੇ ਮਿਹਰ ਕਰਦੇ ਹੋ, ਸਾਰਿਆਂ ਤੇ ਕਿਰਪਾ ਕਰਦੇ ਹੋ। ਅੰਤਰਜਾਮੀ ਜਾਣੋ ਸਾਰੇ। ਆਪ ਅੰਤਰਜਾਮੀ ਹੋ ਮਹਾਰਾਜ, ਜਾਣੀ ਜਾਣੋ, ਸਭ ਦੇ ਦਿਲਾਂ ਦੀ ਜਾਣਦੇ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ। ਆਪ ਜੀ ਨੂੰ ਤਾਂ ਸਭ ਪਤਾ ਹੈ ਸੱਚੇ ਪਾਤਸ਼ਾਹ ਜੀ। ਜੇ ਅਵਗਨ ਮਮ ਬੜੋ ਚਿਤਾਰੇ। ਜੇ ਮੇਰੇ ਕੋਲ ਭੁੱਲ ਹੋਈ ਹੈ, ਮੇਰਾ ਕੋਈ ਵੱਡਾ ਔਗਣ ਹੈ, ਕੋਈ ਮੇਰੇ ਤੋਂ ਕੁਰੈਤ ਹੋਈ ਹੈ, ਗਲਤੀ ਹੋਈ ਹੈ, ਭੁੱਲ ਹੋਈ ਹੈ, ਮੁਝ ਕੋ ਸੁਧ ਕਿਸ ਬਿਦ ਕਰ ਦੇਵੈ। ਤਾਂ ਮਹਾਰਾਜ ਮੈਨੂੰ ਉਹਦਾ ਪਤਾ ਲੱਗੇ, ਮੈਂ ਆਪਣੀ ਭੁੱਲ ਬਖਸ਼ਾਵਾਂ, ਕਿਉਂਕਿ ਮੈਨੂੰ ਆਪਣੀ ਭੁੱਲ ਦਾ ਜੇ ਪਤਾ ਹੀ ਨਹੀਂ ਮੇਰੇ ਤੋਂ ਗਲਤੀ ਕੀ ਹੋਈ ਹੈ, ਜਿਹਦੇ ਕਰਕੇ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਨਹੀਂ ਹੋ ਰਹੇ। ਏਦਾਂ ਮਨ 'ਚ ਸਿੱਖ ਅਰਦਾਸਾਂ ਕਰਦਾ ਹੈ। ਦਾਸ ਆਪਨੋ ਲਖ ਲੇਵੈ। ਮਹਾਰਾਜ ਜਾਣੀ ਜਾਣ, ਮੇਰੇ ਮਨ ਦੀ ਜਾਣ ਲੈਣ, ਮੇਰੇ ਮਨ ਦੀ ਅਰਦਾਸ ਸੁਣ ਲੈਣ, ਮੈਨੂੰ ਦਰਸ਼ਨ ਬਖਸ਼ ਦੇਣ। ਜੇ ਦਰਸ਼ਨ ਨਹੀਂ ਦੇਣੇ ਤੇ ਉਹਦਾ ਕਾਰਨ ਦੱਸ ਦੇਣ ਵੀ ਆਹ ਗਲਤੀ ਸਿੱਖਾਂ ਤੋਂ ਕੀਤੀ ਹੈ, ਫਿਰ ਮੈਂ ਉਹਦਾ ਸੁਧਾਰ ਕਰ ਲਵਾਂ। ਇਤਿਆਦਿਕ ਮਨ ਤੇ ਕਰ ਬਿਨਤੀ। ਇਸ ਤਰ੍ਹਾਂ ਉਹ ਗਰੀਬ ਸਿੱਖ ਸ੍ਰੀ ਅਨੰਦਪੁਰ ਸਾਹਿਬ ਬਾਹਰ ਜੰਗਲ ਵਿੱਚ ਜਾ ਕੇ ਨਾ 2-3 ਮੀਲ ਬਾਹਰ ਖੇਤਾਂ ਵਿੱਚ ਬੈਠਾ ਹੋਇਆ ਬੇਨਤੀਆਂ ਕਰ ਰਿਹਾ ਦਰਖਤ ਥੱਲੇ। ਚਰਨ ਕਮਲ ਚਿਤਵਤ ਅਤ ਗਿਣਤੀ। ਔਰ ਮਹਾਰਾਜ ਦੇ ਚਰਨ ਕਮਲਾਂ ਨੂੰ ਚੇਤੇ ਕਰ ਰਿਹਾ, ਬੜੀ ਸੋਚਾਂ 'ਚ ਪਿਆ ਹੋਇਆ ਹੈ। ਦਾਸ ਹਿਰਦੇ ਕੀ ਸਭ ਵਿਦ ਜਾਨੀ। ਆਖੋ ਸਤਨਾਮ। ਅੰਤਰਜਾਮੀ ਸਭ ਕੁਛ ਜਾਣੈ, ਤਿਸ ਤੇ ਕਹਾਂ ਦੁਲਾਰਿਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ। ਆਪਣੇ ਸੇਵਕ ਦੇ ਮਨ ਦੀ ਬਿਰਥਾ ਸਤਿਗੁਰੂ ਜਾਣ ਗਏ। ਕੋਟ ਮਸੰਦਨ ਜੇ ਮਨ ਮਾਨੀ। ਜਿਹੜੀ ਮਸੰਦਾਂ ਦੀ ਖੋਟ ਹੈ ਉਹ ਵੀ ਜਾਣ ਗਏ। ਚੇਤੋ ਦੀ ਸਾਰੀ ਕਰਤੂਤ ਅੰਦਰ ਆਪਣੀ ਆਤਮਿਕ ਸ਼ਕਤੀ ਨਾਲ ਜਦੋਂ ਕੋਈ ਅਰਦਾਸ ਕਰੇ ਨਾ, ਫਿਰ ਸਿੱਧੀ ਤਾਰ ਜੁੜ ਜਾਂਦੀ ਗੁਰੂ ਨਾਲ। ਅਰਦਾਸ ਸੁਣਦੇ ਸੱਚੇ ਪਾਤਸ਼ਾਹ, ਪਰ ਕਰੇ ਕੋਈ ਮਨ ਕਰਕੇ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਦੋਂ ਅਰਦਾਸ ਸੱਚੇ ਪਾਤਸ਼ਾਹ ਨੇ ਸੁਣੀ ਨਾ, ਚੇਤੋ ਦੀ ਸਾਰੀ ਕਹਾਣੀ, ਸਾਰੀ ਫਿਲਮ ਹੀ ਸਾਹਮਣੇ ਆ ਗਈ ਮਹਾਰਾਜ ਦੇ। ਸਭ ਜਾਣ ਗਏ ਮਹਾਰਾਜ ਜੀ, ਅੰਤਰਜਾਮੀ ਸਤਿਗੁਰੂ ਜੀ। ਤਾਤਕਾਲ ਇੱਕ ਸਿੱਖ ਪਠਾਇਓ। ਉਸੇ ਵੇਲੇ ਆਪਣਾ ਇੱਕ ਸਿੱਖ ਮਹਾਰਾਜ ਨੇ ਦੌੜਾਇਆ, ਕਹਿਣ ਲੱਗੇ ਭਾਈ ਸਿੱਖਾ ਜਾ। ਹਾਂਜੀ। ਤਿਸ ਤਰ ਕੇ ਤਰ ਪਤੋ ਬਤਾਇਓ। ਸੇਵਾਦਾਰ ਨੂੰ ਭੇਜਿਆ ਵੀ ਫਲਾਣੇ ਜੰਗਲ 'ਚ ਦਰਖਤ ਦੇ ਥੱਲੇ, ਫਲਾਣੇ ਦਰਖਤ ਥੱਲੇ ਬੈਠਾ ਬੰਦਾ, ਗੁਰੂ ਕਾ ਸਿੱਖ ਬੈਠਾ ਹੈ। ਜਾਏ ਬਲੋਕਿਓ ਬੈਠਿਓ ਤਹਾਂ। ਸੇਵਾਦਾਰ ਨੇ ਜਾ ਕੇ ਵੇਖਿਆ, ਉੱਥੇ ਸਾਧ ਸੰਗਤ ਜੀ ਇੱਕ ਗਰੀਬ ਸਿੱਖ ਬੈਠਾ ਵੇਖਿਆ। ਬਦਨ ਮਲੀਨ ਦੀਨ ਮਨ ਮਹਾ। ਜਿਹਦਾ ਚਿਹਰਾ ਵਿਚਾਰੇ ਦਾ ਮੁਰਝਾਇਆ ਹੋਇਆ ਸੀ, ਮਨ ਮੁਰਝਾਇਆ ਹੋਇਆ ਸੀ, ਬੜਾ ਮਸੋਸਿਆ ਜਿਹਾ ਮਨ ਲੈ ਕੇ ਬੈਠਾ ਸੀ। ਚਲੋ ਬੁਲਾਵੇ ਸਤਿਗੁਰ ਤੋਹੀ। ਉਹਨੂੰ ਕਿਹਾ ਜਾ ਕੇ, ਭਾਈ ਸਿੱਖਾ ਤੈਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਸੱਦ ਰਹੇ ਨੇ ਦਰਬਾਰ ਵਿੱਚ, ਚੱਲ ਮਹਾਰਾਜ ਨੇ ਬੁਲਾਇਆ ਹੈ। ਉਹ ਜਾਣੈ ਕੋ ਕਾਰਜ ਹੋਈ। ਇਹ ਨਹੀਂ ਪਤਾ ਉਹਨਾਂ ਨੂੰ ਕੀ ਕੰਮ ਹੈ, ਪਰ ਉਹਨਾਂ ਨੇ ਕਿਹਾ ਤੈਨੂੰ ਬੁਲਾ ਕੇ ਲਿਆਉਣ ਵਾਸਤੇ, ਸੋ ਮੈਂ ਬੁਲਾਉਣ ਆਇਆ ਹਾਂ। ਮਹਾਰਾਜ ਇਸ ਵੇਲੇ ਦਰਬਾਰ 'ਚ ਬੈਠੇ ਯਾਦ ਕਰ ਰਹੇ ਨੇ। ਸੁਨ ਹਰਖਿਓ ਉਠ ਸੰਗ ਸਿਧਾਰਾ। ਮਨ 'ਚ ਬੜਾ ਖੁਸ਼ ਹੋਇਆ ਵੀ ਮੇਰੀ ਅਰਦਾਸ ਸੁਣੀ ਗਈ ਹੈ, ਮੇਰੀ ਬੇਨਤੀ ਸੁਣੀ ਗਈ ਹੈ, ਮੈਨੂੰ ਮਹਾਰਾਜ ਦੇ ਦਰਸ਼ਨ ਹੋਣਗੇ। ਨਾਲ ਤੁਰ ਪਿਆ ਖੁਸ਼ੀ ਦੇ ਵਿੱਚ। ਚੱਲ ਆਇਓ ਸਤਿਗੁਰ ਕੇ ਦੁਆਰਾ। ਔਰ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ।
ਦਵਾਰਪਾਲ ਕਹੇ ਜਾਨ ਨ ਪਾਵੈ। ਤੇ ਅੱਗੇ ਪਹਿਰੇਦਾਰ ਚੇਤੋ ਦੇ ਸਿਖਾਏ ਉਦਾਂ ਹੀ ਖੜੇ ਸਨ। ਉਹ ਕਹਿੰਦੇ ਇਹਨੇ ਨਹੀਂ ਅੰਦਰ ਜਾਣਾ। ਸਿੱਖ ਕਹੈ ਸਾਹਿਬ ਆਪ ਬੁਲਾਵੈ। ਤੇ ਉਹ ਜਿਹੜਾ ਸਿੱਖ ਨਾਲ ਆਇਆ ਸੀ ਨਾ ਸੇਵਾਦਾਰ, ਉਹ ਕਹਿੰਦਾ ਸਾਹਿਬ ਨੇ ਆਪ ਬੁਲਾਇਆ, ਤੁਸੀਂ ਨਹੀਂ ਰੋਕ ਸਕਦੇ। ਹੁਣ ਮਹਾਰਾਜ 10ਵੇਂ ਪਾਤਸ਼ਾਹ ਨੇ ਭੇਜਿਆ ਮੈਨੂੰ, ਮੈਂ ਇਹਨੂੰ ਲੈਣ ਆਇਆ, ਤੁਸੀਂ ਕਿਵੇਂ ਰੋਕੋਗੇ? ਅੰਤਰ ਜਾਏ ਪ੍ਰਵੇਸ਼ਤ ਭਇਓ। ਹੁਣ ਕਹਿੰਦੇ ਪਹਿਰੇਦਾਰ ਦੀ ਕੀ ਮਜਾਲ ਸੀ, ਰੋਕ ਲੈਂਦਾ। ਹੁਣ ਸਤਿਗੁਰਾਂ ਦੇ ਗੜਵਈ ਨੇ ਜੋ ਕਹਿਤਾ ਵੀ ਅਸੀਂ ਬੁਲਾਣ ਆਏ, ਤੋ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਗਿਆ। ਅੰਤ ਮਸੰਦਨ ਕੋ ਜਨ ਆਇਓ। ਔਰ ਮਾਨੋ ਇਹ ਮਸੰਤਾਂ ਦੀ ਮੌਤ ਹੀ ਆ ਗਈ ਸੀ। ਆਖੋ ਸਤਿਨਾਮ। ਇਹ ਸਿੱਖ ਨਹੀਂ ਅੰਦਰ ਵੜਿਆ, ਇਹ ਮਸੰਦਾਂ ਦਾ ਕਾਲ ਅੰਦਰ ਵੜਿਆ ਹੈ। ਹਾਂਜੀ। ਪੂਰਨ ਕੋ ਕਿਦਾਰ ਜਨ ਹਰਿਓ। ਕਹਿੰਦੇ ਮਾਨੋ ਝੂਠਿਆਂ ਦਾ ਖੇਤ ਉਜੜਨ ਲੱਗਾ ਹੈ। ਕਿਦਾਰ ਮੈਨੇ ਕਿਆਰਾ ਖੇਤ, ਕਹਿੰਦੇ ਮਾਨੋ ਝੂਠਿਆਂ ਦਾ ਖੇਤ ਜਿਹੜਾ ਹਰਾ ਭਰਾ ਹੋਇਆ ਪਿਆ ਸੀ ਨਾ, ਉਹਦੇ ਉੱਤੇ ਹੁਣ ਔਲੇ ਪੈਣਗੇ। ਹਾਂਜੀ। ਕਰਕਾ ਗਨ ਸਿਖ ਆਵਨ ਕਰਿਓ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਵੇਂ ਫਸਲ ਪੱਕੀ ਹੋਵੇ ਨਾ ਕਿਆਰੇ ਦੇ ਵਿੱਚ, ਤੇ ਉੱਤੋਂ ਗੜੇ ਪੈ ਜਾਣ ਤੇ ਉਹ ਸਾਰੀ ਫਸਲ ਸਮਾਪਤ ਹੋ ਜਾਂਦੀ ਹੈ। ਇਹ ਜਿਹੜਾ ਸਿੱਖ ਅੰਦਰ ਵੜਿਆ ਨਾ, ਇਹ ਗੜੇ ਪਿਆ ਸਮਝੋ ਮਸੰਦਾਂ ਦੀ ਫਸਲ ਤੇ ਮਸੰਦਾਂ ਦਾ ਸਾਰਾ ਕੀਤਾ ਕਰਾਇਆ ਅੱਜ ਤੱਕ ਦਾ ਆਡੰਬਰ ਉਹ ਸਾਰਾ ਨੰਗਾ ਹੋ ਗਿਆ। ਝੂਠ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ